मित्र प्यारे हाल मुरीदा दा कहना। गुरु नानक पद पंकज बंदन पद पंकज बंदन सिमरौ अंगद दुख निकंद गुर अमरदास हृदय नित त्यागो हृदय नित। श्री गुरु रामदास गुण गा गुर अर्जन बिघ्नन के नासक बिघ्नन के नाश। हर गोविंद शुभ सुमत पर का श्री हर राय नमो कार जोरी नमो कार। श्री हर कृष्ण मनाओ बहो गुर तेग बहादुर परम कृपाला जी परम कृपा। श्री गुरु गोविंद सिंह बेस तारो तरा पर पुन पुन सीसा जी पुन पुन बंदों बार बार जगदी। एक ओंकार सतगुरु तह प्रसाद सच। वाहिगुरु जी की फतेह है विघ्न विनाशन सो। वाहिगुरु जी की फतेह है विघ्न विनाशन सोए। सतनाम श्री वाहिगुरु साहिब जी दोहरा दुर्गम को मुख बंद जो गल भई मशहूर। कसम कुरान तुरकन करे भयो सिखन भौ दूर। वाहिगुरु जी का खालसा वाहिगुरु जी की फतेह। जुग हो जुग अटल चबर छतर तखत के मालिक साहिब कमाल दसां पातशाहियां दे पावनात्मक सरूप साहिब गरीब नवाज धन धन श्री गुरु ग्रंथ साहिब जी महाराज। सतगुरां दे पावन पवित्र चरना कबलां पास संध्या दे सुंदर सजे दीवाना विच जुड़ बैठी गुरु स्वरूप गुरु खालसा साध संगत जी। आप जी सरबत संगतां लड़ीवार गुरु का इतिहास सरवण कर रहे हो। कल दे प्रकरण विच सरवण कीता सी बाबा बंदा सिंह बहादुर नूं गिरफ्तार करके दिल्ली लिजाया गया। फ्रक्शर बादशाह ने काजी द्वारा किताब दे विचों फतवा लवा के बंदा सिंह बहादुर नूं शहीद कीता। तसीहे दिते गए, नेत्र कढ़ दिते, हथ पैर वढ़ दिते। बाबा जी का 4 साल का पुत्र अजय सिंह उन्होंने शहीद किया। उहदा दिल हिरदा कढ़ के बंदा सिंह बहादुर के मूँह विच पाया गया। जमूरां दे नाल मांस नोच के खिंच के शरीर के कई टुकड़े कर दिते। बाबा बाज सिंह जी 4 भरा सन। इस तो इलावा सलोदी वाले भाई आली माली सिंह
ਉਹ ਵੀ ਬੰਦਾ ਸਿੰਘ ਬਹਾਦਰ ਦੇ ਨਾਲ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਬਾਬਾ ਫਤਿਹ ਸਿੰਘ ਦੀ ਸ਼ਹਾਦਤ ਹੋਈ। ਦੂਸਰੇ ਪਾਸੇ ਜੋ ਤਤ ਖਾਲਸਾ ਸੀ, ਜਿਨ੍ਹਾਂ ਅੰਮ੍ਰਿਤਸਰ ਸਾਹਿਬ ਡੇਰਾ ਲਾਇਆ ਸੀ, ਬਾਬਾ ਕਾਹਨ ਸਿੰਘ ਲਾਹੌਰ ਵਿਖੇ ਚਾਕਰੀ ਕਰਨ ਲੱਗ ਪਏ ਹਨ। ਉਹਨਾਂ ਨੇ 500 ਰੁਪਈਆ ਤੈਅ ਕੀਤਾ ਹਰ ਰੋਜ਼ ਦਾ, ਤੇ 500 ਸਵਾਰ ਲੈ ਕੇ ਲਾਹੌਰ 'ਚ ਚਾਕਰੀ ਕਰਦੇ ਨੇ, ਪਰ ਤੁਰਕਾਂ ਤੋਂ ਦੂਰ ਰਹਿੰਦੇ ਨੇ। ਕੁਝ ਸਮਾਂ ਪਾ ਕੇ ਉਹਨਾਂ ਤੁਰਕਾਂ ਕੋਲੋਂ ਲਿਖਵਾ ਲਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੀਪਮਾਲਾ ਦਾ ਯਾਨੀ ਦੀਵਾਲੀ ਦਾ ਮੇਲਾ ਭਰੇਗਾ। ਇਕਰਾਰਨਾਮਾ ਕੀਤਾ ਗਿਆ ਕਿ 10,000 ਟਕੇ ਜਿਹੜੇ ਹਨ ਉਹ ਸਰਕਾਰ ਨੂੰ ਚੜ੍ਹਾਵੇ ਵਿੱਚੋਂ ਦਿੱਤੇ ਜਾਣਗੇ। ਸੋ ਇਸ ਪ੍ਰਕਾਰ ਸੰਗਤ ਨੂੰ ਤੰਗ ਨਾ ਕੀਤਾ ਜਾਏ, ਕਿਸੇ ਤਰ੍ਹਾਂ ਪਰੇਸ਼ਾਨ ਨਾ ਕੀਤਾ ਜਾਏ। ਬਾਬਾ ਕਾਹਨ ਸਿੰਘ ਜੀ ਤੇ ਸਰਬੱਤ ਖਾਲਸੇ ਨੇ ਹਰ ਪਾਸੇ ਦਿੱਲੀ, ਪਸ਼ੌਰ, ਲਾਹੌਰ, ਹੋਰ ਜਿਤਨੇ ਇਲਾਕਿਆਂ ਵਿੱਚ ਸੰਗਤਾਂ ਰਹਿੰਦੀਆਂ, ਉਹਨਾਂ ਇਲਾਕਿਆਂ ਵਿੱਚ ਚਿੱਠੀਆਂ ਭੇਜ ਦਿੱਤੀਆਂ ਕਿ ਆਓ ਅੰਮ੍ਰਿਤਸਰ ਸਾਹਿਬ ਦੀਵਾਲੀ ਦੇ ਵੇਲੇ 'ਤੇ ਆ ਕਰਕੇ ਆਪ ਜੀ ਇਕੱਤਰ ਹੋਵੋ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਦੀਵਾਲੀ ਦਾ ਜੋ ਮੇਲਾ ਹੈ, ਇਸ ਮੇਲੇ ਵਿੱਚ ਆ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੁਰਕਨ ਕੋ ਮੁਖ ਬੰਦਿਓ, ਜੋ ਗਲ ਭਈ ਮਸ਼ਹੂਰ। ਬਾਬਾ ਕਾਹਨ ਸਿੰਘ ਜੀ ਨੇ ਲਾਹੌਰ ਦੇ ਸੂਬੇਦਾਰ ਦੇ ਨਾਲ ਸਲਾਹ ਮਸ਼ਵਰਾ ਕਰਕੇ ਜੋ ਇਕਰਾਰਨਾਮਾ ਲਿਖਵਾ ਲਿਆ ਕਿ ਦੀਵਾਲੀ ਦਾ ਮੇਲਾ ਭਰੇਗਾ। 10,000 ਟਕਾ ਮੁਕਰਰ ਕੀਤਾ। ਇਹ ਗੱਲ ਸਾਰਿਆਂ ਪਾਸੇ ਮਸ਼ਹੂਰ ਹੋ ਗਈ ਕਿ ਗੁਰੂ ਕੇ ਸਿੰਘਾਂ ਨੇ ਤੁਰਕਾਂ ਦਾ ਮੂੰਹ ਬੰਨ੍ਹ ਲਿਆ ਹੈ। ਭਾਵ ਉਹਨਾਂ ਦੇ ਨਾਲ ਸੁਲ੍ਹਾ ਸੰਧੀ ਕਰਕੇ ਤੇ ਦੀਵਾਲੀ ਦਾ ਜਿਹੜਾ ਮੇਲਾ ਹੈ ਉਹ ਮੇਲਾ ਬਣਾਉਣ ਦੀ ਵਿਉਂਤ ਖਾਲਸੇ ਨੇ ਬਣਾਈ ਹੈ। ਤੁਰਕਾਂ ਨੇ ਕੁਰਾਨ ਦੀ ਕਸਮ ਚੁੱਕ ਲਈ ਕਿ ਸਿੰਘੋ, ਤੁਸੀਂ ਦੀਵਾਲੀ ਦਾ ਮੇਲਾ ਜਦੋਂ ਲਾਓਗੇ ਤੇ ਅਸੀਂ ਤੁਹਾਨੂੰ ਪਰੇਸ਼ਾਨ ਨਹੀਂ ਕਰਾਂਗੇ, ਬਲਕਿ ਅਸੀਂ ਤੁਹਾਡੀ ਮਦਦ ਕਰਾਂਗੇ। ਇਸ ਪ੍ਰਕਾਰ ਇਹ ਜਿਹੜੀ ਗੱਲ ਜਦੋਂ ਸਿੱਖਾਂ ਦੇ ਵਿੱਚ ਪਸਰ ਗਈ ਤੇ ਸਿੱਖਾਂ ਦਾ ਭਾਉ ਦੂਰ ਹੋ ਗਿਆ। ਇਸ ਤੋਂ ਪਹਿਲਾਂ ਤੁਰਕ ਅੰਮ੍ਰਿਤਸਰ ਸਾਹਿਬ ਵਿਖੇ ਦੀਵਾਲੀ ਦਾ ਮੇਲਾ ਲਾਣ ਨਹੀਂ ਸਨ ਦਿੰਦੇ। ਜਦੋਂ ਸੰਗਤਾਂ ਇਕੱਠੀਆਂ ਹੁੰਦੀਆਂ ਸਨ ਤੇ ਉੱਥੇ ਇਕੱਤਰ ਹੋ ਕਰਕੇ ਆ ਜਾਂਦੇ ਸਨ। ਇਸ ਕਰਕੇ ਹੁਣ ਸੰਗਤਾਂ ਦਾ ਭਾਉ ਡਰ ਜਿਹੜਾ ਹੈ ਉਹ ਨਿਵਰਤ ਹੋ ਗਿਆ, ਦੂਰ ਹੋ ਗਿਆ ਹੈ। ਇਸ ਤਰ੍ਹਾਂ ਗੁਰੂ ਕੇ ਖਾਲਸੇ ਨੇ ਤੇ ਤੁਰਕਾਂ ਨੇ ਜਦੋਂ ਆਪਸ ਵਿੱਚ ਕਰਾਰਨਾਮਾ ਕੀਤਾ ਹੈ। ਤੁਰਕਾਂ ਨੇ ਸਾਰੇ ਦੇਸ਼ਾਂ ਦੇ ਵਿੱਚ ਇਸ਼ਤਿਹਾਰ ਭੇਜ ਦਿੱਤੇ। ਇਸ਼ਤਿਹਾਰ ਭੇਜਣ ਦਾ ਭਾਵ ਹੈ ਵੀ ਉਹਨਾਂ ਚਿੱਠੀਆਂ ਲਿਖ ਦਿੱਤੀਆਂ ਆਪਣੇ ਥਾਣੇਦਾਰਾਂ ਨੂੰ, ਜਿਹੜੇ ਹੋਰ ਚੌਧਰੀ ਸਨ, ਹਾਕਮ ਸਨ, ਨਵਾਬ ਸਨ, ਵੱਖਰੇ ਵੱਖਰੇ ਇਲਾਕਿਆਂ ਵਿੱਚ। ਉਹਨਾਂ ਸਾਰੇ ਇਲਾਕਿਆਂ ਵਿੱਚ ਚਿੱਠੀਆਂ ਭੇਜ ਦਿੱਤੀਆਂ ਕਿ ਇੱਥੋਂ ਜਿਹੜੀਆਂ ਵੀ ਸੰਗਤਾਂ ਅਨੰਦਪੁਰ ਸਾਹਿਬ ਨੂੰ ਜਾਣਗੀਆਂ, ਉਹਨਾਂ ਦੀ ਹਿਫਾਜ਼ਤ ਕਰਨੀ, ਉਹਨਾਂ ਦੀ ਰਾਖੀ ਕਰਨੀ ਹੈ। ਇਸ ਤਰ੍ਹਾਂ ਤੁਰਕਾਂ ਨੇ ਆਪਣੇ ਥਾਣੇਦਾਰਾਂ ਨੂੰ ਚਿੱਠੀਆਂ ਲਿਖੀਆਂ ਹਨ ਕਿ ਜਿਹੜੀਆਂ ਸੰਗਤਾਂ ਦੀਵਾਲੀ ਦੇ ਮੇਲੇ 'ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਗੀਆਂ, ਉਹਨਾਂ ਸੰਗਤਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਵਾਰ ਨਾ ਹੋਵੇ ਤੇ ਕੋਈ ਸੰਗਤਾਂ ਦੇ ਨਾਲ ਲੜਾਈ ਝਗੜਾ ਨਾ ਕਰੇ। ਇਸ ਪ੍ਰਕਾਰ ਸਾਰੀ ਸੰਗਤ ਨੂੰ ਪ੍ਰੇਮ ਦੇ ਨਾਲ ਤੇ ਹਿਫਾਜ਼ਤ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਾ ਦਿਓ। ਰਾਹ ਵਿੱਚ ਇਹਨਾਂ ਦੀ ਹਿਫਾਜ਼ਤ ਕਰਨੀ ਹੈ ਵੀ ਕੋਈ ਇਹਨਾਂ 'ਤੇ ਹਮਲਾ ਨਾ ਕਰੇ, ਕੋਈ ਕਿਸੇ ਪ੍ਰਕਾਰ ਦੀ ਲੁੱਟ ਖੋਹ ਨਾ ਕਰੇ। ਗੁਰੂ ਕੇ ਖਾਲਸੇ ਨੇ 10,000 ਜਿਹੜੇ ਦਮੜੇ ਟਕੇ ਕਹਿ ਲਓ
ਉਹ ਲਿਖੇ ਸਨ, ਇਕਰਾਰ ਕੀਤਾ ਗਿਆ ਸੀ ਕਿ ਜਦੋਂ ਸੰਗਤਾਂ ਇਕੱਠੀਆਂ ਹੋਣਗੀਆਂ ਤੇ ਮੇਲੇ ਵਿੱਚ ਚੜ੍ਹਾਵਾ ਆਵੇਗਾ, ਉਸ ਚੜ੍ਹਾਵੇ ਵਿੱਚੋਂ ਤੁਹਾਨੂੰ 10,000 ਟਕੇ ਦਿੱਤੇ ਜਾਣਗੇ। 10 ਦਿਨ ਲੋ ਮੇਲਾ ਰਹਿ ਰਖਿਓ ਹਾਜਤ ਤਾਹੇ। ਤੇ ਜਿਹੜਾ ਮੇਲਾ ਸੀ ਉਹ 10 ਦਿਨ ਰਹਿਣਾ ਸੀ, ਲਗਾਤਾਰ 10 ਦਿਨ ਅੰਮ੍ਰਿਤਸਰ ਸਾਹਿਬ ਸੰਗਤਾਂ ਦਾ ਇਕੱਠ ਰਹਿਣਾ ਸੀ ਤੇ 10 ਦਿਨ ਹੀ ਤੁਰਕਾਂ ਨੇ ਗੁਰੂ ਕੀਆਂ ਸੰਗਤਾਂ ਦੀ ਹਿਫਾਜ਼ਤ ਕਰਨੀ ਹੈ। ਗੁਰੂ ਕੇ ਸਿੱਖਾਂ ਨੇ ਹਿਰਦੇ ਵਿੱਚ ਇਹ ਗੱਲ ਧਾਰਨ ਕਰ ਲਈ ਕਿ ਚਲੋ ਚੱਲ ਕੇ ਇਸ ਵਾਰ ਦੀਵਾਲੀ ਦਾ ਮੇਲਾ ਸ੍ਰੀ ਅੰਮ੍ਰਿਤਸਰ ਸਾਹਿਬ ਮਨਾਉਣਾ ਕਰੀਏ, ਗੁਰੂ ਕੇ ਦਰਸ਼ਨ ਦੀਦਾਰ ਕਰੀਏ, ਖਾਲਸੇ ਕੇ ਦਰਸ਼ਨ ਕਰੀਏ। ਤੇ ਸ਼ੰਕਾ ਵੀ ਮਨ ਵਿੱਚੋਂ ਦੂਰ ਹੋ ਗਿਆ ਸੀ, ਕਿਉਂਕਿ ਤੁਰਕਾਂ ਨੇ ਇਕਰਾਰ ਕੀਤਾ ਹੋਇਆ ਸੀ ਗੁਰੂ ਕੇ ਖਾਲਸੇ ਨਾਲ ਕਿ ਅਸੀਂ ਸੰਗਤਾਂ ਦੀ ਹਿਫਾਜ਼ਤ ਕਰਾਂਗੇ, ਸੰਗਤਾਂ ਨੂੰ ਪਰੇਸ਼ਾਨ ਨਹੀਂ ਕਰਾਂਗੇ। ਇਸ ਕਰਕੇ ਉਹਨਾਂ ਦੇ ਮਨ ਵਿੱਚੋਂ ਤੁਰਕਾਂ ਦਾ ਸੰਸ਼ਾ ਭੈ ਵੀ ਦੂਰ ਹੋ ਗਿਆ। ਕਿਤੇ ਕਿਤੇ ਸਿੰਘ ਫਿਰ ਸੋਚਣ ਵੀ ਲੱਗੇ, ਮੰਨ ਲਓ ਕਿ ਜੇ ਤੁਰਕ ਸਾਡੇ ਨਾਲ ਬੇਈਮਾਨੀ ਕਰਕੇ ਸਾਡੇ ਤੇ ਹਮਲਾ ਕਰਦੇ ਨੇ, ਸਾਡੇ ਨਾਲ ਧੋਖਾ ਕਰਦੇ ਨੇ, ਤੇ ਜੇ ਅਸੀਂ ਅੰਮ੍ਰਿਤਸਰ ਸਾਹਿਬ ਜਾ ਕੇ ਜੰਗ ਕਰਕੇ ਤੁਰਕਾਂ ਦੇ ਨਾਲ ਜੰਗ ਕਰਕੇ ਮਰ ਵੀ ਗਏ ਤੇ ਗੁਰੂ ਦੇ ਦਰਬਾਰ ਤੇ ਜਾ ਕੇ ਮਰਾਂਗੇ। ਸੋ ਇਹੋ ਜਿਹੇ ਜੀਵਨ ਦੇ ਨਾਲੋਂ ਗੁਰੂ ਦੇ ਦਰ ਤੇ ਜਾ ਕੇ ਤਾਂ ਮਰਨਾ ਭਲਾ, ਮਰਨਾ ਚੰਗਾ ਹੈ। ਇਸ ਪ੍ਰਕਾਰ ਬਹੁਤ ਸਾਰੀ ਸਿੱਖ ਸੰਗਤ ਦੀਵਾਲੀ ਦਾ ਸਮਾਗਮ ਮਨਾਉਣ ਵਾਸਤੇ ਅੰਮ੍ਰਿਤਸਰ ਸਾਹਿਬ ਆਈ ਹੈ। ਸੰਗਤਾਂ ਨੇ ਆ ਕੇ ਬਹੁਤ ਸਾਰੀਆਂ ਭੇਟਾਵਾਂ, ਚੜ੍ਹਾਵਾ ਆਦਿਕ ਗੁਰੂ ਕੇ ਦਰਬਾਰ ਦੇ ਵਿੱਚ ਭੇਟ ਕੀਤਾ ਹੈ। ਹੁਣ ਸੁਭਾਵਿਕ ਸੀ ਜਦੋਂ ਸੰਗਤਾਂ ਨੇ ਆਉਣਾ ਸੀ ਤੇ ਚੜ੍ਹਤ ਵੀ ਆਉਣੀ ਸੀ, ਮਾਇਆ ਵੀ ਉੱਥੇ ਇਕੱਤਰ ਹੋਣੀ ਸੀ। ਇਸ ਤਰ੍ਹਾਂ ਬਹੁਤੀਆਂ ਸੰਗਤਾਂ ਦੇ ਆਉਣ ਦੇ ਨਾਲ ਬਹੁਤਾ ਚੜ੍ਹਾਵਾ ਜਿਹੜਾ ਗੁਰੂ ਕੇ ਦਰਬਾਰ ਵਿੱਚ ਚੜ੍ਹਿਆ ਹੈ। ਹੁਣ ਗੁਰੂ ਕੇ ਸਿੰਘਾਂ ਨੇ ਉਹ ਸਾਰਾ ਚੜ੍ਹਾਵਾ ਜਿਹੜਾ ਸੀ ਨਾ ਉਹਦੀ ਗਿਣਤੀ ਕਰ ਲਈ। ਉਹਦੇ ਵਿੱਚੋਂ 10,000 ਜਿਹੜੇ ਟਕੇ ਸਨ, ਦਮੜੇ ਸਨ, ਉਹ ਜਾ ਕੇ ਤੁਰਕਾਂ ਨੂੰ ਦੇ ਦਿੱਤੇ, ਇਕਰਾਰ ਕੀਤਾ ਹੋਇਆ ਸੀ ਉਹਨਾਂ ਦੇ ਨਾਲ। ਤੇ ਬਾਕੀ ਜਿਤਨੀ ਮਾਇਆ ਬਚ ਗਈ ਉਹ ਲੈ ਕੇ ਗੁਰੂ ਕੇ ਖਜ਼ਾਨੇ ਵਿੱਚ ਸਾਂਭ ਕੇ ਰੱਖ ਲਈ ਹੈ। ਹੁਣ ਇੱਥੇ ਬੰਦਈ ਵੀ ਆਏ ਹੋਏ ਸਨ, ਜਿਵੇਂ ਭਾਈ ਸਾਹਿਬ ਹਰੀ ਪਿੱਛੇ ਦੱਸ ਆਏ ਨੇ ਕਿ ਕੁਝ ਬੰਦਈ ਖਾਲਸੇ ਵਿੱਚ ਰਲ ਗਏ ਸਨ ਪਰ ਕਪਟੀ ਸਨ। ਹੁਣ ਉਹਨਾਂ ਬੰਦਈਆਂ ਨੇ ਜਦੋਂ ਵੇਖਿਆ ਕਿ ਸਿੰਘਾਂ ਨੇ ਸਾਰੀ ਚੜ੍ਹਤ ਲੈ ਕੇ ਖਜ਼ਾਨੇ 'ਚ ਪਾ ਕੇ ਰੱਖ ਲਈ ਹੈ ਤੇ ਉਹਨਾਂ ਨੂੰ ਅੰਦਰੋਂ ਸਾੜ ਮਹਿਸੂਸ ਹੋਣ ਲੱਗ ਪਿਆ। ਉਹ ਸਿੰਘਾਂ ਨੂੰ ਵੇਖ ਕੇ ਅੰਦਰੋਂ ਜਲਣ ਲੱਗ ਪਏ ਹਨ। ਆ ਕੇ ਦਾਅਵਾ ਕਰਨ ਲੱਗੇ, ਇਹ ਚੜ੍ਹਤ ਸਾਨੂੰ ਵੀ ਦਿਓ, ਤੁਸੀਂ ਸਾਰੀ ਮਾਇਆ ਆਪਣੇ ਕੋਲ ਰੱਖ ਲਈ, ਵੀ ਸਾਨੂੰ ਵੀ ਤਾਂ ਹਿੱਸਾ ਚਾਹੀਦਾ ਹੈ। ਖਾਲਸਾ ਕਹਿਣ ਲੱਗਾ ਵੀ ਤੁਹਾਡਾ ਦਾਅਵਾ ਕਾਹਦਾ, ਤੁਸੀਂ ਤਾਂ ਪੰਥ ਦੇ ਨਾਲੋਂ ਵੱਖਰੇ ਹੋ ਕੇ ਬਹਿ ਗਏ ਹੋ, ਤੁਹਾਡਾ ਜਿਹੜਾ ਇਸ ਚੜ੍ਹਤ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਦਾਅਵਾ ਨਹੀਂ ਹੈ, ਕਿਉਂਕਿ ਤੁਸੀਂ ਖਾਲਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਮੇਲ ਨਹੀਂ ਰੱਖਿਆ, ਤੁਸੀਂ ਤਾਂ ਆਪਣਾ ਵੱਖਰਾ ਪੰਥ ਬਣਾ ਕੇ ਬੈਠੇ ਹੋਏ ਹੋ ਤੇ ਤੁਹਾਡਾ ਫਿਰ ਗੁਰੂ ਘਰ ਤੇ ਦਾਅਵਾ ਨਹੀਂ ਪੁੱਗਦਾ। ਤੇ ਤੁਸੀਂ ਤਾਂ ਫਤਿਹ ਦਰਸ਼ਨ ਬੁਲਾਉਂਦੇ ਹੋ, ਜਿਵੇਂ ਪਿੱਛੇ ਜ਼ਿਕਰ ਕੀਤਾ ਹੈ, ਵਾਹਿਗੁਰੂ ਦੀ ਜਗ੍ਹਾ ਤੇ ਦਰਸ਼ਨ ਸ਼ਬਦ ਵਰਤਦੇ ਸਨ ਬੰਦਈ। ਦਰਸ਼ਨ ਆਪਾਂ ਕਹਿੰਦੇ ਨਾ ਵਾਹਿਗੁਰੂ ਜੀ ਕਾ ਖਾਲਸਾ, ਉਹ ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ ਬੋਲਦੇ ਸਨ। ਤੇ ਜਿਹੜੇ ਖਾਲਸੇ ਸਨ ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੋਲਦੇ ਸਨ। ਇਸ ਕਰਕੇ ਤੁਮ ਫਤਿਹ ਦਰਸ਼ਨੀ ਹਮ ਗੁਰ ਕਹਿ ਫਤਿਹ, ਤੁਸੀਂ ਦਰਸ਼ਨ ਫਤਿਹ ਬੁਲਾਉਂਦੇ ਹੋ ਤੇ ਅਸੀਂ ਗੁਰੂ ਫਤਿਹ ਬੁਲਾਉਂਦੇ ਹਾਂ। ਤੁਹਾਡਾ ਵੱਖਰਾ ਪੰਥ ਹੈ, ਤੁਸੀਂ ਮਨ ਮਤ ਕਰਕੇ ਵੱਖਰਾ ਰਾਹ ਚਲਾ ਲਿਆ ਤੇ ਅਸੀਂ ਗੁਰੂ ਕੇ ਖਾਲਸੇ ਗੁਰੂ ਘਰ ਦੇ ਉੱਤੇ ਜਿਤਨੀ ਚੜ੍ਹਤ ਆਉਂਦੀ ਉਹਦੇ ਤੇ ਆਪਣਾ ਦਾਅਵਾ ਰੱਖਦੇ ਹਾਂ। ਹੁਣ ਤੁਸੀਂ ਵੈਸ਼ਨਵ ਹੋ ਕੇ ਬਹਿ ਗਏ, ਜਿਵੇਂ ਵੈਸ਼ਨਵ ਮਤ ਦੀ ਮਰਿਆਦਾ ਤੁਸੀਂ ਉਹ ਧਾਰਨ ਕਰ ਲਈ ਤੇ ਅਸੀਂ ਗੁਰੂ ਕਾ ਖਾਲਸਾ 4 ਵਰਨ ਅਸੀਂ ਇਕੱਠੇ ਹੋ ਕੇ ਚੱਲਦੇ ਹਾਂ, ਸਾਰੇ ਰਲ ਕੇ ਇੱਕੋ ਪੰਗਤ ਵਿੱਚ ਬਹਿ ਕੇ ਲੰਗਰ ਛਕਦੇ ਹਾਂ। ਗੁਰੂ ਸਾਹਿਬ ਦਾ ਹੁਕਮ ਸੀ ਕਿ ਸੂਹਾ ਨਸਵਾਰ ਜਿਹੜਾ ਹੈ ਉਹਨੂੰ ਨਹੀਂ ਵਰਤਣਾ, ਖਾਲਸੇ ਨੇ ਸੂਹਾ ਰੰਗ ਨਹੀਂ ਪਹਿਨਣਾ, ਤੇ ਤੁਸੀਂ ਹੁਣ ਸੂਹਾ ਰੰਗ ਪਹਿਨਣਾ ਸ਼ੁਰੂ ਕਰ ਦਿੱਤਾ ਗੁਰੂ ਸਾਹਿਬ ਦੇ ਬਚਨਾਂ ਨੂੰ ਮੋੜ ਕੇ, ਤੇ ਅਸੀਂ ਉਹ ਸੂਹਾ ਰੰਗ ਜਿਹੜਾ ਆਪਣੇ ਸਰੀਰ ਨੂੰ ਨਹੀਂ ਲਾਉਂਦੇ।
ਅਸੀਂ ਸੁਰਮਈ ਵਸਤਰ ਪਹਿਨਦੇ ਆ, ਨੀਲਾ ਬਾਣਾ ਧਾਰਨ ਕਰਦੇ ਆ। ਗੁਰੂ ਖਾਲਸੇ ਨੂੰ ਨੀਲਾ ਬਾਣਾ ਮਹਾਰਾਜ ਕਲਗੀਧਰ ਜੀ ਨੇ ਬਖਸ਼ਿਸ਼ ਕੀਤਾ ਹੈ, ਸੂਹਾ ਬਾਣਾ ਮਹਾਰਾਜ ਨੇ ਨਹੀਂ ਬਖਸ਼ਿਆ। ਇਸ ਕਰਕੇ ਅਸੀਂ ਨੀਲਾ ਬਾਣਾ ਧਾਰਨ ਕਰਦੇ ਆ। ਸੁਰਮਈ ਸਾਡੀ ਸੁਰਮਈ ਜਿਹੜੀ ਸਾਡੀ ਵਰਦੀ ਹੈ, ਤੇ ਤੁਸੀਂ ਲਾਲ ਰੰਗ ਦੇ ਸੂਹੇ ਵਸਤਰ ਆਦਿਕ ਪਹਿਨਣ ਲੱਗ ਪਏ ਹੋ। ਸੋ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੁਹਾਡੀ ਕੋਈ ਵੀ ਥਾਂ ਨਹੀਂ ਹੈ। ਤੁਸੀਂ ਅੱਗੇ ਵੀ ਕਦੇ ਚੜਾਵਾ ਇੱਥੋਂ ਪ੍ਰਾਪਤ ਨਹੀਂ ਕਰ ਸਕਦੇ। ਪਰ ਇਹ ਜਿਹੜੇ ਬੰਦਈ ਸਨ ਨਾ, ਉਹਨਾਂ ਦੇ ਮਨ ਵਿੱਚ ਹੰਕਾਰ ਬੜਾ ਸੀ। ਉਹਨਾਂ ਦੇ ਮਨ ਵਿੱਚ ਇਹ ਵਹਿਮ ਸੀ, ਇਹ ਭਰਮ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾ ਬੰਦੇ ਬਹਾਦਰ ਦੀ ਬੜੀ ਸੰਗਤ ਹੋਵੇਗੀ। ਇਹਨਾਂ ਨੇ ਤਾਂ ਹੀ ਇਹ ਗੱਲ ਧਮਾ ਦਿੱਤੀ ਸੀ ਨਾ ਵੀ ਬੰਦਾ ਬਹਾਦਰ ਜਿਉਂਦਾ ਹੈ, ਵੀ ਤਾਂ ਕਿ ਲੋਕਾਂ 'ਚ ਦਬਦਬਾ ਬਣਿਆ ਰਹੇ ਵੀ ਉਹ ਜਿਉਂਦਾ ਹੈ ਤੇ ਉਹਦੇ ਸੇਵਕ ਉਹਦੇ ਚੇਲੇ ਬਣਦੇ ਰਹਿਣ। ਇਹਨਾਂ ਨੂੰ ਹੰਕਾਰ ਸੀ ਕਿ ਬੰਦੇ ਬਹਾਦਰ ਦੀ ਬਹੁਤ ਸਾਰੀ ਸੰਗਤ ਬਣ ਜਾਏਗੀ, ਤੇ ਮਨ ਦੇ ਵਿੱਚ ਇਹ ਵੀ ਵਹਿਮ ਸੀ ਤੇ ਲੋਕਾਂ ਨੂੰ ਇਹ ਦੱਸਦੇ ਫਿਰਦੇ ਨੇ ਕਿ ਸਤਿਗੁਰੂ ਕਲਗੀਧਰ ਜੀ ਕਰਾਮਾਤ ਬੰਦੇ ਨੂੰ ਦੇ ਗਏ ਨੇ। ਪਰ ਸਚਾਈ ਤਾਂ ਇਹ ਸੀ ਨਾ, ਜਦੋਂ ਬੰਦੇ ਨੇ ਕਰਾਮਾਤਾਂ ਮੰਗੀਆਂ ਤੇ ਮਹਾਰਾਜ ਨੇ ਆਖ ਦਿੱਤਾ ਸੀ ਵੀ ਕਰਾਮਾਤ ਮੈਂ ਖਾਲਸੇ ਵਿੱਚ ਮਿਲਾਈ ਹੋਈ ਹੈ ਤੇ ਤੂੰ ਖਾਲਸੇ ਦਾ ਹਿੱਸਾ ਹੈ, ਤੇ ਤੇਰੇ ਵਿੱਚ ਵੀ ਕਰਾਮਾਤ ਰਹੇਗੀ ਜੇ ਤੂੰ ਖਾਲਸੇ ਵਿੱਚ ਰਹੇਂਗਾ। ਜੇ ਖਾਲਸੇ ਨਾਲੋਂ ਅੱਡ ਹੋ ਜਾਏਗਾ ਤੇ ਤੇਰੇ ਵਿੱਚੋਂ ਕਰਾਮਾਤ ਵੀ ਖਤਮ ਹੋ ਜਾਏਗੀ। ਹੁਣ ਇਹ ਗੱਲ ਬੰਦਈ ਦੇ ਚੇਲੇ ਕਹਿੰਦੇ ਨੇ ਕਿ ਸਤਿਗੁਰੂ ਬੰਦੇ ਬਹਾਦਰ ਨੂੰ ਕਰਾਮਾਤ ਦੇ ਗਏ ਸਨ, ਇਸ ਕਰਕੇ ਕੋਈ ਵੀ ਸੋਢੀ ਨਾ ਹੁਣ ਸਾਡੇ ਨਾਲ ਗੱਲ ਕਰਨ ਜੋਗਾ ਨਹੀਂ, ਭਾਵ ਅਸੀਂ ਸਭ ਤੋਂ ਵੱਡੇ ਤਾਕਤਵਰ ਹਾਂ। ਪਰ ਉਹ ਮੂਰਖ ਇਹ ਗੱਲ ਨਹੀਂ ਸਮਝਦੇ ਬੰਦਈ ਕਿ ਮਹਾਰਾਜ ਕਲਗੀਧਰ ਜੀ ਨੇ ਆਪਣਾ ਖਾਲਸਾ ਪੰਥ ਪ੍ਰਗਟ ਕੀਤਾ ਹੈ। ਸਾਰੀ ਕਲਾ ਮਹਾਰਾਜ ਨੇ ਖਾਲਸੇ ਪੰਥ ਵਿੱਚ ਪਾ ਕੇ ਰੱਖੀ। ਬੜਾ ਸ਼ਕਤੀਸ਼ਾਲੀ ਤਾਕਤਵਰ ਗੁਰੂ ਕਾ ਖਾਲਸਾ ਹੈ, ਜਿਹਦੀ ਬਰਾਬਰੀ ਇਹ ਬੰਦਈ ਕਰਨਾ ਚਾਹੁੰਦੇ ਹਨ। ਸਾਧ ਸੰਗਤ ਜੀ ਕਹਿੰਦੇ ਉਸ ਵਕਤ ਆਪਸ ਦੇ ਵਿੱਚ ਕੋਈ ਮੇਲ ਜੋਲ ਨਾ ਹੋ ਸਕਿਆ। ਇਹਨਾਂ ਨੇ ਹੁਣ ਗੱਲਬਾਤ ਕੀਤੀ, ਸਾਨੂੰ ਚੜਾਵਾ ਦਿਓ। ਸਿੰਘਾਂ ਨੇ ਚੜਾਵਾ ਨਹੀਂ ਦਿੱਤਾ, ਉਹਨਾਂ ਦੀ ਉੱਥੇ ਗੱਲ ਪੁੱਗੀ ਨਹੀਂ ਹੈ। ਬੰਦਾਈ ਹੁਣ ਇਹ ਮਨ ਵਿੱਚ ਧਾਰ ਕੇ ਬਹਿ ਗਏ, ਭਾਈ ਦੂਏ ਮੇਲੇ ਪਰ ਗੱਲ ਕਿ ਅਸੀਂ ਹੁਣ ਅਗਲੇ ਮੇਲੇ ਤੇ ਇਹਨਾਂ ਕੋਲੋਂ ਚੜਾਵਾ ਜ਼ਰੂਰ ਲੈਣਾ ਹੈ। ਪਰ ਉਹਨਾਂ ਨੇ ਇਸ ਵਾਰ ਦੰਗੋ ਕਰਨੋਂ ਉਨ ਠਠਿਓ, ਉਹਨਾਂ ਨੇ ਜੰਗ ਕਰਨਾ ਠੱਠ ਲਿਆ ਵੀ ਅਸੀਂ ਹੁਣ ਸਿੰਘਾਂ ਨਾਲ ਜੰਗ ਕਰਾਂਗੇ। ਬੰਦਾਈ ਉਤਰੇ ਇੱਕ ਵੱਲ ਤੇ ਜਿਹੜੇ ਬੰਦਾਈ ਸਨ ਉਹਨਾਂ ਨੇ ਨਾ ਇੱਕ ਪਾਸੇ ਆਪਣਾ ਉੱਥੇ ਡੇਰਾ ਲਾ ਲਿਆ। ਸ੍ਰੀ ਦਰਬਾਰ ਸਾਹਿਬ ਜਿਸ ਪਾਸੇ ਦਰਸ਼ਨ ਡਿਓਢੀ ਹੈ ਨਾ ਅਕਾਲ ਤਖਤ ਸਾਹਿਬ ਦੇ ਸਾਹਮਣੇ, ਜਿਹਨੂੰ ਦਰਸ਼ਨੀ ਦਰਵਾਜ਼ਾ ਕਹਿੰਦੇ ਨੇ, ਉੱਥੇ ਜਾ ਕੇ ਇਹਨਾਂ ਨੇ ਆਪਣਾ ਡੇਰਾ ਲਾ ਲਿਆ ਹੈ। ਇਸ ਤਰ੍ਹਾਂ ਬੰਦਈਆਂ ਨੇ ਇੱਕ ਪਾਸੇ ਨੂੰ ਆਪਣਾ ਡੇਰਾ ਪੜਾ ਲਾ ਲਿਆ। ਅਕਾਲ ਤਖਤ ਸਾਹਿਬ ਦੇ ਲਾਗੇ ਜਾ ਕਰਕੇ ਨਾ ਜਿੱਥੇ ਨਿਸ਼ਾਨ ਸੁਸ਼ੋਭਤ ਨੇ, ਉੱਥੇ ਕੁਝ ਉਹਨਾਂ ਨੇ ਜਗ੍ਹਾ ਜਿਹੜੀ ਵਲ ਲਈ ਹੈ। ਕਿਤੇ ਉਹਨਾਂ ਨੇ ਮੋਰਚੇ ਲਾ ਲਏ, ਆਪਣੇ ਮੋਰਚੇ ਬਣਾ ਲਏ ਵੀ ਜੇ ਜੰਗ ਕਰਨਾ ਪੈ ਗਿਆ ਤੇ ਮੋਰਚਿਆਂ 'ਚ ਬਹਿ ਕੇ ਜੰਗ ਕਰਾਂਗੇ। ਤੇ ਨਾਲ ਕਈ ਥਾਵਾਂ ਤੇ ਜਿਹੜੀ ਵਾੜ ਆਦਿਕ ਸੀ ਉਹ ਵੀ ਗੜਵਾ ਲਈ ਹੈ। ਦਰਸ਼ਨੀ ਦਰਵਾਜ਼ੇ ਦਾ ਜਿਹੜਾ ਕੁਝ ਕੁ ਏਰੀਆ ਇਲਾਕਾ ਸੀ ਨਾ, ਉਹ ਉਹਨਾਂ ਨੇ ਦੱਬ ਲਿਆ। ਦਰਸ਼ਨੀ ਦਰਵਾਜ਼ੇ ਵਾਲੀ ਬਾਹੀ ਦੱਬ ਕੇ ਬਹਿ ਗਏ। ਉਥੇ ਉਹਨਾਂ ਨੇ ਕੁਝ ਕੁ ਆਪਣੇ ਜਿਹੜੇ ਛੱਪਰ ਸਨ, ਜਿਹੜੀਆਂ ਛੰਨਾਂ ਸਨ, ਉਹ ਬਣਾ ਲਈਆਂ। ਇਸ ਤਰ੍ਹਾਂ ਇਹੋ ਜਿਹਾ ਢੰਗ ਬਣਾ ਕੇ ਜਿਹੜੇ ਬੰਦਈ ਸਨ ਸ੍ਰੀ ਅੰਮ੍ਰਿਤਸਰ ਸਾਹਿਬ ਬਹਿ ਗਏ ਹਨ। ਸਾਧ ਸੰਗਤ ਜੀ ਇੱਧਰ ਦਰਸ਼ਨੀ ਦਰਵਾਜ਼ੇ ਵਾਲੀ ਬਾਹੀ ਵੱਲ ਬੰਦਈਆਂ ਨੇ ਆਪਣਾ ਡੇਰਾ ਕੀਤਾ ਹੈ। ਦਰਸ਼ਨੀ ਦਰਵਾਜ਼ੇ ਤੋਂ ਜਿਹੜੀ ਸੰਗਤ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਆਉਂਦੀ ਹੈ, ਉਹਨਾਂ ਵਿੱਚੋਂ ਕਈਆਂ ਨੂੰ ਆਪਣੇ ਨਾਲ ਰਲਾ ਲੈਂਦੇ ਹਨ। ਹੌਲੀ ਹੌਲੀ ਹੁਣ ਬੰਦਈਆਂ ਦੀ ਸੰਗਤ ਵੱਧ ਗਈ, ਉੱਥੇ ਉਹਨਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ। ਕਾਰਨ ਇਹ ਸੀ ਕਿ ਕੁਝ ਕੁ
ਇਹਨਾਂ ਬੰਦਈਆਂ ਦੇ ਵਿੱਚ ਮੋਢੀ ਬਣ ਕੇ ਬਹਿ ਗਏ, ਜਿਨ੍ਹਾਂ ਨੇ ਬੰਦੇ ਬਹਾਦਰ ਕੋਲੋਂ ਕਰਾਮਾਤ ਲਈ ਸੀ। ਇਹ ਗੱਲ ਉਹ ਲੋਕਾਂ ਨੂੰ ਦੱਸਦੇ ਵੀ ਸਾਨੂੰ ਬੰਦੇ ਬਹਾਦਰ ਨੇ ਕਰਾਮਾਤ ਦਿੱਤੀ ਹੈ। ਹੋਏ ਸਿੱਖ ਪ੍ਰਯੋਜਨ ਕਾਰਕ। ਭਾਈ ਰਤਨ ਸਿੰਘ ਜੀ ਕਹਿੰਦੇ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਦੁਨੀਆ ਪ੍ਰਯੋਜਨ ਕਰਕੇ ਸਿੱਖ ਬਣਦੀ ਹੈ। ਇਹਦਾ ਮਤਲਬ ਵੀ ਮੈਨੂੰ ਲੋੜ ਹੈ ਤੇ ਮੈਂ ਸਿੱਖ ਬਣ ਗਿਆ, ਜੇ ਮੈਂ ਦੁਖੀ ਹਾਂ ਤੇ ਮੈਂ ਸਿੱਖ ਬਣ ਗਿਆ, ਜਾਂ ਮੈਨੂੰ ਪਦਾਰਥ ਚਾਹੀਦਾ ਮੈਂ ਸਿੱਖ ਬਣ ਗਿਆ। ਜਦੋਂ ਮੇਰੀ ਲੋੜ ਦੀ ਪੂਰਤੀ ਹੋ ਗਈ, ਨਾ ਸਿੱਖੀ ਰਹੀ ਤੇ ਨਾ ਸਿੱਖੀ ਪ੍ਰਤੀ ਭਾਵਨਾ ਰਹੀ। ਇਹ ਸਮਾਜ ਦੇ ਵਿੱਚ ਆਮ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ। ਆਪਣੇ ਆਪ ਨੂੰ ਬਚਾਉਣ ਦੀ ਖਾਤਰ ਵੱਡੇ ਵੱਡੇ ਗਾਉਣ ਵਾਲੇ ਵੀ ਸਿੱਖ ਬਣ ਗਏ। ਜਦੋਂ ਤਾਂ ਨਸ਼ਾ ਵੇਚਦੇ ਸਨ, ਕੇਸ ਚੱਲਦੇ ਸਨ, ਉਦੋਂ ਸਿੱਖ ਬਣ ਗਏ ਵੀ ਇਹ ਜਤਾਉਣ ਵਾਸਤੇ ਵੀ ਅਸੀਂ ਸਹੀ ਹੋ ਗਏ। ਜਦੋਂ ਬਰੀ ਹੋ ਗਏ ਕੇਸਾਂ ਤੋਂ, ਆ ਪਿੱਛੇ ਜੀ ਇੱਕ ਨੇ ਕਰਤੂਤ ਵੀ ਕੀਤੀ ਹੈ। ਪਹਿਲਾਂ ਜਾ ਕੇ ਕਕਾਰ ਲਾਏ ਗਾਉਣ ਵਾਲੇ ਨੇ, ਫਿਰ ਕੇਸ ਕਤਲ ਕਰਾ ਕੇ ਫਿਰ ਗਾਣ ਲੱਗ ਪਿਆ। ਇਹੋ ਜਿਹੀਆਂ ਕਰਤੂਤਾਂ ਕਰਦੇ ਨੇ ਨਾ, ਇਹ ਪ੍ਰਯੋਜਨੀ ਸਿੱਖ ਨੇ। ਇਹ ਜਿਹੜੇ ਲੋਕ ਹਿਰਸ ਦੀ ਸਿੱਖੀ ਧਾਰਨ ਕਰਕੇ ਬੈਠੇ, 5 ਪ੍ਰਕਾਰ ਦੀ ਸਿੱਖੀ ਵਿੱਚੋਂ ਇਹ ਸਿੱਖੀ ਹੈ ਵੀ ਲੋੜਵੰਦ ਹੋ ਕੇ ਸਿੱਖ ਬਣਨਾ। ਤੇ ਜਿਹੜਾ ਬੰਦਾ ਲੋੜਵੰਦ ਹੋ ਕੇ ਸਿੱਖ ਬਣਦਾ ਹੈ, ਉਹਦੀ ਸਿੱਖੀ ਕੋਈ ਬਹੁਤੀ ਦੂਰ ਤੱਕ ਨਿਭਦੀ ਨਹੀਂ। ਜਦੋਂ ਉਹਦੀ ਲੋੜ ਦੀ ਪੂਰਤੀ ਖਤਮ ਹੋ ਜਾਂਦੀ ਹੈ ਨਾ, ਉਹ ਸਿੱਖੀ ਛੱਡ ਦਿੰਦਾ ਹੈ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਹਨ ਕਿ ਦੁਨੀਆ ਹੋਏ ਸਿੱਖ ਪ੍ਰਯੋਜਨ ਕਾਰਕ। ਦੁਨੀਆ ਦੇ ਲੋਕ ਆਪਣੇ ਪ੍ਰਯੋਜਨ ਕਰਕੇ ਹੀ ਕੇਵਲ ਸਿੱਖ ਬਣਦੇ ਹਨ। ਗੁਰੂ ਨੂੰ ਗੁਰੂ ਧਾਰਨ ਕਰ ਲੈਂਦੇ ਨੇ। ਕਿਉਂ? ਸਾਡਾ ਪ੍ਰਯੋਜਨ ਸਰ ਜਾਏ, ਭਾਵ ਜੋ ਸਾਨੂੰ ਚਾਹੀਦਾ ਗੁਰੂ ਕੋਲੋਂ ਮਿਲ ਜਾਵੇ। ਇਸ ਕਰਕੇ ਪਦਾਰਥ ਲੈਣ ਦੀ ਖਾਤਰ ਬਹੁਤ ਸਾਰੀ ਸੰਗਤ ਜਿਹੜੀ ਬੰਦੇ ਦੀ ਪੈ ਬਣ ਗਈ ਹੈ। ਇਕੱਠ ਜ਼ਿਆਦਾ ਹੋ ਗਿਆ, ਬੰਦਈਆਂ ਦੀ ਨਜ਼ਰ ਫੁੱਲ ਗਈ। ਨਜ਼ਰ ਫੁੱਲਣ ਤੋਂ ਭਾਵ ਹੀ ਹੰਕਾਰ ਹੋ ਗਿਆ ਵੀ ਇੰਨੀ ਸੰਗਤ ਸਾਡੀ, ਇੰਨਾ ਇਕੱਠ ਹੋ ਗਿਆ ਵੀ ਅਸੀਂ ਤਤ ਖਾਲਸੇ ਨੂੰ ਕੀ ਸਮਝਦੇ ਹਾਂ। ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਹੁਣ ਅਸੀਂ ਆਪਣੀ ਸੰਗਤ ਨੂੰ ਨਾ ਵੱਖਰਾ ਕਰਕੇ ਆਪਣੀ ਪੂਜਾ ਕਰਾਵਾਂਗੇ, ਤੇ ਫਿਰ ਚੜ੍ਹਤ ਵੀ ਸਾਡੀ ਜੁਦੀ ਹੋਵੇਗੀ, ਵੱਖਰੀ ਹੋਵੇਗੀ। ਸੰਗਤ ਵੀ ਸਾਡੀ ਜ਼ਿਆਦੀ ਹੈ, ਪੂਜਾ ਵੀ ਸਾਡੀ ਵੱਖਰੀ, ਤੇ ਚੜ੍ਹਤ ਵੀ ਸਾਡੀ ਵੱਖਰੀ ਹੋਵੇਗੀ। ਤਬ ਖਾਲਸਾ ਜੋ ਮਨ ਮਥੀ ਏ ਭਏ ਦੰਗੇ ਨੂੰ ਤਿਆਰ। ਗੁਰੂ ਕੇ ਜਿਹੜਾ ਖਾਲਸਾ ਸੀ, ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਨਾ, ਤੇ ਉਹ ਸਮਝ ਗਏ ਵੀ ਇਹ ਬੰਦਈ ਹੁਣ ਨਾ ਜੰਗ ਕਰਨ ਵਾਸਤੇ ਤਿਆਰ ਹੋ ਗਏ ਹਨ। ਹੁਣ ਸਿੰਘ ਸਲਾਹਾਂ ਕਰਨ ਲੱਗੇ, ਕਹਿੰਦੇ ਵੀ 2 ਗੱਲਾਂ ਨੇ, ਵੀ ਜਾਂ ਤਾਂ ਆਪਾਂ ਇਹਨਾਂ ਦੇ ਨਾਲ ਲੜ ਕੇ ਇਹਨਾਂ ਨੂੰ ਮਾਰ ਦਈਏ, ਵੀ ਇਹ ਜਿਹੜਾ ਹੁਣ ਕਲੇਸ਼ ਗੁਰੂ ਘਰ ਦੇ ਵਿੱਚ ਖੜਾ ਕਰ ਰਹੇ ਨੇ ਨਾ ਚੜਾਵੇ ਦਾ, ਵੀ ਇਹ ਮੁੱਕ ਜਾਣਗੇ ਤੇ ਕਲੇਸ਼ ਵੀ ਮੁੱਕ ਜਾਏਗਾ। ਤੇ ਦੂਜਾ ਰਸਤਾ ਇਹ ਹੈ ਵੀ ਅਕੈ ਤੋਂ ਮਨ ਬਹੁ ਹਾਰ, ਜਾਂ ਫਿਰ ਇਹਨਾਂ ਤੋਂ ਹਾਰ ਮੰਨ ਕੇ ਬਹਿ ਜਾਈਏ, ਵੀ ਜਿਵੇਂ ਇਹ ਕਹਿੰਦੇ ਨੇ ਉਵੇਂ ਇਹਨਾਂ ਦੀ ਗੱਲ ਮੰਨ ਲਈਏ। ਹੁਣ ਕੇਵਲ ਸਾਡੇ ਕੋਲ 2 ਹੀ ਰਸਤੇ ਹਨ। ਇਹ ਬਚਨ ਸੁਣ ਕੇ ਜਿਹੜੇ ਸਿਆਣੇ ਸਿੱਖ ਸਨ, ਉਹਨਾਂ ਨੇ ਗੁਰੂ ਖਾਲਸੇ ਦੇ ਵਿੱਚ ਆਪਣਾ ਗੁਰਮਤਾ ਰੱਖਿਆ ਹੈ। ਜਿਹੜੇ ਹੁਣ ਭਜੰਗੀ ਸਨ, ਭਜੰਗੀ ਨਿਹੰਗ ਸਿੰਘਾਂ ਨੂੰ ਕਹਿੰਦੇ ਨੇ। ਹੁਣ ਜਿਹੜੇ ਨਿਹੰਗ ਸਿੰਘ ਤਤ ਖਾਲਸੇ ਵਾਲੇ ਬਾਬਾ ਵਿਨੋਦ ਸਿੰਘ ਜੀ ਆਦਿਕ ਸਾਰੇ ਸਿੰਘ ਸਨ, ਉਹਨਾਂ ਨੇ ਇਹ ਗੱਲ ਆਪਣੇ ਚਿੱਤ ਵਿੱਚ ਧਾਰਨ ਕੀਤੀ ਹੋਈ ਹੈ। ਉਹ ਕਹਿਣ ਲੱਗੇ ਵੀ ਅਸੀਂ ਬੰਦਈਆਂ ਤੋਂ ਕਿਉਂ ਟਲੀਏ, ਜੇ ਉਹ ਜੰਗ ਕਰਨਾ ਚਾਹੁੰਦੇ ਨੇ ਤੇ ਅਸੀਂ ਵੀ ਮੂਹਰਿਓਂ ਜੰਗ ਹੀ ਕਰਾਂਗੇ। ਅਸੀਂ ਵੱਡੇ ਵੱਡੇ ਪਾਤਸ਼ਾਹਾਂ ਦੇ ਨਾਲ ਲੜਦੇ ਰਹੇ। 6ਵੇਂ ਪਾਤਸ਼ਾਹ ਨੇ ਸਮੇਂ ਦੇ ਬਾਦਸ਼ਾਹ ਨਾਲ ਜੰਗ ਕੀਤਾ, 10ਵੇਂ ਪਾਤਸ਼ਾਹ ਨੇ ਜੰਗ ਕੀਤੇ, ਬਾਬਾ ਬੰਦਾ ਬਹਾਦਰ ਨੇ ਜੰਗ ਕੀਤੇ, ਗੁਰੂ ਕੇ ਖਾਲਸੇ ਨੇ ਕਿੰਨੀਆਂ ਲੜਾਈਆਂ ਲੜੀਆਂ। ਤੇ ਅਸੀਂ ਹੁਣ ਇਹਨਾਂ ਬੰਦਈਆਂ ਤੋਂ ਚੁੱਪ ਹੋ ਕੇ ਬਹਿ ਜਾਈਏ, ਇਹ ਕਿੱਦਾਂ ਹੋ ਸਕਦਾ ਹੈ? ਜੇ ਇਹ ਲੜਨਗੇ ਤੇ ਅਸੀਂ ਵੀ ਇਹਨਾਂ ਦਾ ਡਟ ਕੇ ਮੁਕਾਬਲਾ ਕਰਾਂਗੇ। ਕਹਿੰਦੇ ਹਨ ਕਿ ਹੁਣ ਇਹਨਾਂ ਨਾਲ ਜੰਗ ਕਰਕੇ ਨਾ ਇੱਕ ਪਾਸੇ ਅਸੀਂ ਫੈਸਲਾ ਕਰ ਦਿਆਂਗੇ। ਇਹਨਾਂ ਦਾ ਜਿਹੜਾ ਹਿੱਸਾ ਹੈ ਨਾ, ਉਹ ਕਦੇ ਵੀ ਗੁਰੂਦੁਆਰਿਆਂ ਦੇ ਵਿੱਚ ਨਹੀਂ ਹੋ ਸਕਦਾ। ਇਹਨੇ ਦੇਖਿਆ ਵੀ ਲਾਏ ਨਾ ਲੀਕ। ਹੁਣ ਜੇ ਤੁਸੀਂ ਇਹ ਗੱਲ ਆਖੋ ਵੀ ਆਪਾਂ ਇਹਨਾਂ ਦੀ ਗੱਲ ਮੰਨ ਲੈਂਦੇ ਹਾਂ, 2 ਪੱਖ ਸੀ ਨਾ, ਵੀ ਜਾਂ ਲੜਾਈ ਕਰੋ ਤੇ ਜਾਂ ਗੱਲ ਮੰਨ ਲਓ, ਅਸੀਂ ਇਹਨਾਂ ਦੀ ਗੱਲ ਮੰਨ ਕੇ ਨਾ ਲੀਕ ਨਹੀਂ ਲਾਵਾਂਗੇ। ਇਹ ਸਾਡੇ ਤੇ ਕਲੰਕ ਲੱਗ ਜਾਣਾ ਵੀ ਜਿਹੜੇ ਵੱਡੇ ਵੱਡੇ ਬਾਦਸ਼ਾਹਾਂ ਦੇ ਨਾਲ ਲੜਦੇ ਰਹੇ ਹੋ ਤੇ ਬੰਦਈਆਂ ਤੋਂ ਹਾਰ ਗਏ। ਤੇ ਜੇ ਅੱਜ ਇਹਨਾਂ ਬੰਦਈਆਂ ਤੋਂ ਹਾਰ ਗਏ, ਕੱਲ ਨੂੰ ਕੋਈ ਹੋਰ ਮਸਲਾ ਖੜਾ ਹੋ ਜਾਏਗਾ।
ਇਸ ਕਰਕੇ ਇਹਨਾਂ ਦੀ ਗੱਲ ਮੰਨ ਕੇ ਆਪਾਂ ਲੀਕ ਨਹੀਂ ਲਾਉਣੀ। ਇਹਨੂੰ ਹਿੱਸਾ ਟਿਕੈ ਗੁਰਦੁਆਰਾ ਨਾ ਠੀਕ। ਇਹਨਾਂ ਬੰਦਈਆਂ ਦਾ ਹਿੱਸਾ ਗੁਰਦੁਆਰਿਆਂ ਦੇ ਵਿੱਚ ਟਿਕ ਨਹੀਂ ਸਕਦਾ, ਇਹ ਹਿੱਸੇ ਦੇ ਹੱਕਦਾਰ ਨਹੀਂ ਹਨ। ਇਹ ਨਵੀਂ ਗੱਲ ਅਸੀਂ ਗੁਰੂ ਘਰ ਦੇ ਵਿੱਚ ਪੈਦਾ ਨਹੀਂ ਹੋਣ ਦੇਣੀ। ਤੇ ਬਾਕੀ ਮਰਨ ਤੇ ਲੜਨ ਤੋਂ ਗੁਰੂ ਕਾ ਖਾਲਸਾ ਕਦੇ ਸ਼ੰਕਾ ਨਹੀਂ ਕਰਦਾ, ਸਾਨੂੰ ਕੋਈ ਪਰਵਾਹ ਨਹੀਂ ਹੈ। ਜਿਹੜੇ ਸਿਆਣੇ ਸਿੱਖ ਸਨ, ਹੁਣ ਜਿਹੜੇ ਭੁਜੰਗੀ ਜੰਗ ਕਰਨ ਵਾਲੇ ਸਨ, ਉਹ ਤਾਂ ਤੱਤੇ ਰਹਿੰਦੇ ਸਨ ਵੀ ਜਦੋਂ ਮੌਕਾ ਮਿਲੇ ਤੇ ਸ਼ਸਤਰ ਲੈ ਕੇ ਖੰਡਾ ਖੜਕਾ ਦਿਓ। ਪਰ ਸਿਆਣੇ ਸਿੱਖ ਕਹਿੰਦੇ ਨੇ ਵੀ ਸਿੰਘੋ ਹਲੇ ਥੋੜਾ ਜਿਹਾ ਧੀਰਜ ਰੱਖ ਲਓ, ਵੀ ਹਲੇ ਤੁਸੀਂ ਜੰਗ ਨਾ ਕਰੋ। ਜਿਹੜੀ ਸੰਗਤ ਮੇਲੇ ਵਿੱਚ ਆਈ ਹੋਈ ਹੈ ਨਾ, ਇਹਨਾਂ ਨੂੰ ਪਹਿਲਾਂ ਭੇਜ ਲਈਏ, ਉਸ ਤੋਂ ਬਾਅਦ ਜੰਗ ਕਰ ਲਵਾਂਗੇ। ਹੁਣ ਸੰਗਤ ਆਈ ਹੈ ਤੇ ਜੇ ਆਪਾਂ ਇੱਥੇ ਜੰਗ ਕਰਨ ਲੱਗ ਪਈਏ ਤੇ ਆਪਸੀ ਵਿਖਾਦ ਖੜਾ ਹੋ ਜਾਏਗਾ। ਸੰਗਤ ਵੀ ਇਤਰਾਜ਼ ਕਰੇਗੀ ਤੇ ਮੁੜ ਕੇ ਸੰਗਤ ਨੇ ਇਕੱਠਾ ਵੀ ਨਹੀਂ ਹੋਣਾ। ਪਹਿਲਾਂ ਸੰਗਤ ਵਿਦਾ ਕਰ ਲਈਏ, ਉਸ ਤੋਂ ਬਾਅਦ ਫਿਰ ਜੰਗ ਵੀ ਕਰ ਲਵਾਂਗੇ। ਤੇ ਬੰਦਈਆਂ ਨੂੰ ਗੁਰੂ ਕੇ ਖਾਲਸੇ ਨੇ ਬਚਨ ਆਖੇ ਹਨ। ਯਾਦ ਰੱਖਿਓ ਕਿ ਤੁਹਾਡੀ ਸਾਡੀ ਕਦੇ ਨਹੀਂ ਬਣ ਸਕਦੀ, ਅਸੀਂ ਤੁਹਾਡੇ ਨਾਲ ਜੰਗ ਕਰਾਂਗੇ। ਜੇ ਤੁਸੀਂ ਸਾਡੇ ਨਾਲ ਲੜੋਗੇ, ਲੜ ਕੇ ਤੁਸੀਂ ਖੁਆਰ ਹੋਵੋਗੇ, ਡਾਂਗਾ ਖਾਵੋਗੇ। ਤੇ ਜੇ ਤੁਸੀਂ ਸਾਡੇ ਨਾਲ ਲੜੋਗੇ ਨਾ, ਤੇ ਜੇ ਸਾਡਾ ਆਪਸੀ ਜੰਗ ਵੀ ਹੋਏਗਾ ਤੇ ਇਹ ਤੁਰਕ ਸਾਨੂੰ ਮਾਰਨਗੇ। ਫਿਰ ਮੁੜ ਕੇ ਆ ਕੇ ਜਦੋਂ ਅਸੀਂ ਆਪਸ ਵਿੱਚ ਲੜਨਾ ਸ਼ੁਰੂ ਕਰ ਦਿਆਂਗੇ ਤੇ ਤੁਰਕਾਂ ਨੇ ਵੀ ਸਾਡੇ ਤੇ ਹਮਲਾ ਕਰ ਦੇਣਾ ਤੇ ਸਾਰੀ ਸੰਗਤ ਨੂੰ ਮਾਰ ਦੇਣਗੇ। ਜਿਵੇਂ ਦੋ ਚਿੜੀਆਂ ਆਪਸ ਵਿੱਚ ਲੜਦੀਆਂ ਹੁੰਦੀਆਂ ਨੇ ਨਾ, ਤੇ ਬਿੱਲੀ ਬਹਿ ਕੇ ਵੇਖਦੀ ਹੁੰਦੀ ਹੈ, ਉਹ ਝਪਟਾ ਮਾਰ ਕੇ ਦੋਨਾਂ ਨੂੰ ਮੁਕਾ ਦਿੰਦੀ ਹੈ। ਜੇ ਅਸੀਂ ਤੇ ਤੁਸੀਂ ਆਪਸ ਵਿੱਚ ਜੰਗ ਕਰਾਂਗੇ ਨਾ, ਤੇ ਇਹ ਤੁਰਕਾਂ ਨੂੰ ਤਾਂ ਮੌਕਾ ਮਿਲ ਜਾਣਾ। ਉਹ ਤਾਂ ਪਹਿਲਾਂ ਚਾਹੁੰਦੇ ਨੇ ਵੀ ਅਸੀਂ ਆਪਸ ਵਿੱਚ ਇੱਕ ਦੂਜੇ ਤੋਂ ਫਟ ਕੇ ਰਹੀਏ, ਤੇ ਜੇ ਇੱਥੇ ਜੰਗ ਕਰਨ ਲੱਗ ਪਏ, ਉਹਨਾਂ ਨੂੰ ਮੌਕਾ ਮਿਲ ਜਾਣਾ, ਉਹਨਾਂ ਨੇ ਸਾਰੀ ਸੰਗਤ ਦੇ ਸਮੇਤ ਸਾਨੂੰ ਮਾਰ ਦੇਣਾ। ਇਸ ਕਰਕੇ ਵੀ ਸਿਆਣੇ ਬਣੋ ਤੁਸੀਂ, ਵੀ ਤੁਸੀਂ ਹਲੇ ਖਾਲਸੇ ਨਾਲ ਜੰਗ ਨਾ ਕਰੋ। ਜਦੋਂ ਅਸੀਂ ਆਪਸ ਵਿੱਚ ਲੜਾਂਗੇ ਤੇ ਸਾਨੂੰ ਵੇਖ ਕੇ ਤੁਰਕ ਸਾਡੇ ਤੇ ਆ ਕੇ ਹਮਲਾ ਕਰ ਦੇਣਗੇ। ਜਦੋਂ ਬੰਦਈਆਂ ਨੇ ਗੁਰੂ ਕੇ ਖਾਲਸੇ ਕੋਲੋਂ ਇਹ ਬਚਨ ਸੁਣੇ ਹਨ, ਉਹਨਾਂ ਦੇ ਚਿੱਤ ਵਿੱਚ ਹੋਰ ਹੰਕਾਰ ਆ ਗਿਆ। ਉਹ ਸੋਚਣ ਲੱਗੇ ਵੀ ਸ਼ਾਇਦ ਇਹ ਸਾਡੇ ਤੋਂ ਡਰਨ ਲੱਗ ਪਏ ਨੇ। ਉਹਨਾਂ ਨੇ ਇਕੱਠ ਵੇਖ ਲਿਆ ਨਾ ਵੀ ਇਕੱਠ ਸਾਡਾ ਜ਼ਿਆਦਾ ਹੈ ਤੇ ਤਾਂ ਹੀ ਸਿੰਘ ਲੜਨ ਤੋਂ ਥੋੜਾ ਟਲਦੇ ਨੇ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਸਿੰਘ ਥੋੜਾ ਜਿਹਾ ਨੀਤੀ ਦੇ ਹਿਸਾਬ ਨਾਲ ਚੱਲਦੇ ਸਨ, ਵੀ ਜੇ ਤੁਰਕ ਵੇਖਣਗੇ ਵੀ ਸਿੰਘ ਲੜਦੇ ਨੇ, ਉਲਟਾ ਉਹ ਸਾਨੂੰ ਆ ਕੇ ਹਮਲਾ ਕਰਕੇ ਮਾਰਨ ਦਾ ਯਤਨ ਕਰਨਗੇ, ਸੰਗਤ ਨੂੰ ਵੀ ਤੰਗ ਕਰਨਗੇ। ਅਸੀਂ ਵੀ ਲੜਾਂਗੇ ਤੇ ਸੰਗਤ ਵੀ ਔਖੀ ਹੋਵੇਗੀ। ਇਸ ਕਰਕੇ ਸਿੰਘ ਤਾਂ ਨੀਤੀ ਦੇ ਹਿਸਾਬ ਨਾਲ ਬਚਨ ਕਰਦੇ ਸਨ, ਪਰ ਬੰਦਈ ਜਿਹੜੇ ਸਨ ਉਹ ਹੰਕਾਰ ਗਏ ਹਨ। ਕਹਿਣ ਲੱਗੇ ਕਿ ਸਿੰਘ ਨਾ ਹੁਣ ਸਾਡੇ ਵਾਲੇ ਪਾਸੇ ਆ ਗਏ, ਸਾਡੇ ਦਾਅ ਹੇਠਾਂ ਆ ਗਏ ਹਨ। ਬੰਦਈ ਹੋਰ ਕਪਟੀ ਹੋ ਗਏ। ਉਹ ਕਹਿੰਦੇ ਵੀ ਆਪਾਂ ਇਦਾਂ ਕਰਨੇ ਆ ਵੀ ਆਪਾਂ ਤੁਰਕਾਂ ਕੋਲੋਂ ਸਿੰਘਾਂ ਨੂੰ ਮਰਵਾ ਦਿੰਨੇ ਹਾਂ। ਆਪਾਂ ਇਸ ਤਰ੍ਹਾਂ ਕਰਦੇ ਆ ਵੀ ਜਿਹੜੇ ਦੂਣੇ ਟਕੇ ਨੇ ਨਾ, ਆਪਾਂ ਉਹ ਲਿਖਵਾ ਦਿੰਨੇ ਆ। ਦੂਣੇ ਟਕਿਆਂ ਤੋਂ ਭਾਵ ਵੀ ਜੇ ਸਿੰਘਾਂ ਨੇ 10,000 ਟਕਾ ਤੁਰਕਾਂ ਨੂੰ ਦੇਣਾ ਹੈ ਤੇ ਆਪਾਂ 20,000 ਟਕਾ ਦੇ ਦਿੰਨੇ ਹਾਂ। ਜਦੋਂ ਆਪਾਂ 20,000 ਟਕਾ ਤੁਰਕਾਂ ਨੂੰ ਦੇਾਂਗੇ ਤਾਂ ਉਹ ਤਾਂ ਪਹਿਲਾਂ ਹੀ ਲਾਲਚੀ ਨੇ। ਉਹਨਾਂ ਨੇ ਲਾਲਚ ਵਸ ਹੋ ਕਰਕੇ ਸਿੰਘਾਂ ਤੇ ਹਮਲਾ ਕਰਨਾ ਹੈ, ਤੇ ਇਸ ਤਰੀਕੇ ਨਾਲ ਆਪਾਂ ਤੱਤ ਖਾਲਸੇ ਦੀ ਪਿੱਠ ਤੜਵਾ ਦੇਾਂਗੇ। ਜਿਹੜੇ ਤੁਰਕ ਹਨ ਉਹ ਲਾਲਚੀ ਹਨ, ਮਾਇਆ ਦੇ ਧਨ ਦੇ। ਇਹ ਜਿਹੜਾ ਲਾਲਚ ਤੁਰਕਾਂ ਨੂੰ ਦੇ ਕੇ ਆਪਾਂ ਸਿੰਘਾਂ ਨੂੰ ਗੇਰ ਦਿਆਂਗੇ, ਨਾਸ਼ ਕਰ ਦਿਆਂਗੇ। ਇਸ ਪ੍ਰਕਾਰ ਜਿਹੜੇ ਬੰਦਈ ਸਨ, ਬੰਦਈਆਂ ਨੇ ਤੁਰਕਾਂ ਨਾਲ ਗੱਲ ਕੀਤੀ। ਆਖਦੇ ਵੀ ਤੁਸੀਂ ਸਿੰਘਾਂ ਨੂੰ ਮਾਰ ਦਿਓ ਤੇ ਅਸੀਂ ਤੁਹਾਨੂੰ ਦੂਣੇ ਟਕੇ ਦੇਾਂਗੇ। ਹੁਣ ਉਹ ਲਾਲਚੀ ਸਾਨੂੰ ਮੰਨ ਗਏ ਤੇ ਉਹਨਾਂ ਇਕਰਾਰਨਾਮਾ ਕਰ ਲਿਆ ਤੇ 20,000 ਜਿਹੜੇ ਟਕੇ ਉਹ ਲਿਖਵਾ ਲਏ ਹਨ।
ਸਾਂਝ ਦਿਵਾਏ। ਜਿਹੜੀ ਵੀ ਇੱਥੇ ਚੜ੍ਹਤ ਹੋਵੇਗੀ ਨਾ, ਉਸ ਚੜ੍ਹਤ ਦੇ ਵਿੱਚੋਂ ਅਸੀਂ ਤੁਹਾਨੂੰ 20,000 ਟਕੇ ਦੇ ਦਿਆਂਗੇ। ਤੁਰਕਨ ਚਾਹੀਏ ਇਹ ਬਾਤ। ਤੁਰਕਾਂ ਨੇ ਜਦੋਂ ਇਹ ਬਚਨ ਸੁਣੇ, ਇਕਰਾਰਨਾਮਾ ਕਰ ਲਿਆ। ਹੁਣ ਉਹਨਾਂ ਨੂੰ ਤਾਂ ਇਹੋ ਗੱਲ ਚਾਹੀਦੀ ਸੀ। ਇੱਕ ਟਕੇ ਵੱਧ ਗਏ, ਦੂਜਾ ਸਿੰਘਾਂ ਦਾ ਵੀ ਨਾਸ਼ ਹੋ ਜਾਏਗਾ। ਉਹ ਸੋਚਦੇ ਨੇ ਵੀ ਇੱਕੋ ਸਮੇਂ ਵਿੱਚ ਦੋਨੇ ਕਾਰਜ ਹੋ ਜਾਣਗੇ। ਇਹ ਆਪਸ ਵਿੱਚ ਲੜ ਕੇ ਮਰਨਗੇ ਤੇ ਖੁਆਰ ਹੋਣਗੇ। ਜਿਸ ਥਾਣੇਦਾਰ ਦੀ ਡਿਊਟੀ ਲਾਈ ਸੀ ਨਾ ਉੱਥੇ ਸੇਵਾ ਕਰਨ ਦੀ, ਵੀ ਸੰਗਤ ਦੀ ਹਿਫਾਜ਼ਤ ਕਰਨੀ, ਉਹ ਲਾਲਚੀ ਹੋ ਗਿਆ। ਉਹਦੇ ਮਨ ਦੇ ਵਿੱਚ ਮਾਇਆ ਦਾ ਲਾਲਚ ਪੈਦਾ ਹੋ ਗਿਆ ਤੇ ਸਿੰਘਾਂ ਨੂੰ ਮਾਰਨ ਤੇ ਤੁਲ ਗਿਆ ਹੈ। ਇਧਰ ਜਿਹੜੇ ਦੰਗਾਈ ਸਨ ਉਹ ਵੀ ਦੰਗਾ ਕਰਨ ਤੋਂ ਪਿੱਛੇ ਨਹੀਂ ਹਟਦੇ। ਸਿੰਘ ਆਪਣੇ ਮਨ ਵਿੱਚ ਇਸ ਗੱਲ ਨੂੰ ਜਾਣ ਗਏ ਵੀ ਹੁਣ ਇਹ ਬੰਦਾਈ ਸਾਡੇ ਨਾਲ ਜੰਗ ਕਰਕੇ ਹੀ ਹਟਣਗੇ। ਗੁਰੂ ਕੇ ਖਾਲਸੇ ਨਿਹੰਗ ਸਿੰਘ ਕਹਿਣ ਲੱਗੇ ਵੀ ਇੱਕੋ ਇੱਕ ਹੀ ਹੋਣ ਤੋਂ ਬਿਨਾਂ ਨਾ ਹੁਣ ਮਸਲਾ ਹੱਲ ਨਹੀਂ ਹੋਣਾ। ਭਾਵ ਇਹਨਾਂ ਨਾਲ ਦੋ ਹੱਥ ਕਰਨੇ ਹੀ ਪੈਣੇ ਨੇ। ਜਦੋਂ ਦੋ ਹੱਥ ਹੋਣਗੇ ਨਾ ਬੰਦਈਆਂ ਦੇ ਨਾਲ ਤੇ ਫਿਰ ਮਸਲਾ ਹੱਲ ਹੋਵੇਗਾ। ਜਿੰਨੀ ਦੇਰ ਤੱਕ ਇਹਨਾਂ ਨੂੰ ਹੱਥ ਨਹੀਂ ਨਾ ਲੱਗਦੇ ਖਾਲਸੇ ਦੇ ਬੰਦਈਆਂ ਨੂੰ, ਓਨੀ ਦੇਰ ਤੱਕ ਇਹਨਾਂ ਨੇ ਸਾਡਾ ਪਿੱਛਾ ਨਹੀਂ ਛੱਡਣਾ। ਗੁਰੂ ਕੇ ਸਿੰਘ ਜੋਸ਼ ਦੇ ਵਿੱਚ ਆ ਗਏ, ਵੀਰ ਰਸ ਦੇ ਵਿੱਚ ਆ ਗਏ। ਕਹਿਣ ਲੱਗੇ ਵੀ ਜੋ ਹੋਵੇਗਾ ਸੋ ਦੇਖੀ ਜਾਏਗੀ। ਇੱਕ ਵਾਰੀ ਨਾ ਬੰਦਈਆਂ ਨਾਲ ਜੰਗ ਕਰਕੇ ਨਾ ਇਹਨਾਂ ਦਾ ਘਾਤ ਕਰ ਦੇਣਾ ਹੈ। ਇਹ ਤੁਰਕ ਦੇ ਜਿਹੜੇ ਬੰਦਈ ਨੇ ਨਾ, ਇਹਨਾਂ ਦੋਨਾਂ ਨੂੰ ਚੰਡੀ ਭੇਟ ਕਰ ਦਈਏ, ਸ਼ਸਤਰਾਂ ਦੇ ਭੇਟ ਕਰ ਦਈਏ। ਜਦੋਂ ਬਾਬਾ ਕਾਹਨ ਸਿੰਘ ਨੇ ਸਾਰਾ ਮਸਲਾ ਵੇਖਿਆ ਤੇ ਉਹ ਗੁਰੂ ਕੇ ਖਾਲਸੇ ਨੂੰ ਕਹਿਣ ਲੱਗੇ ਹਨ, ਆਖਣ ਲੱਗੇ ਨੇ ਵੀ ਇਹ ਸਾਡੀ ਪ੍ਰਤੀਤ ਨਹੀਂ ਕਿ ਅਸੀਂ ਜੰਗ ਨਾ ਕਰੀਏ। ਭਾਵ ਸਾਡੀ ਪ੍ਰਤੀਤ ਜੰਗ ਦੇ ਵਿੱਚ ਹੀ ਹੈ ਕਿ ਜਦੋਂ ਮੌਕਾ ਮਿਲੇ ਗੁਰੂ ਕੇ ਹੁਕਮਾਂ ਅਨੁਸਾਰ ਤੇ ਦੁਸ਼ਟਾਂ ਦਾ ਸੋਧਾ ਲਾਉਣ ਵਾਸਤੇ ਗੁਰੂ ਕਾ ਖਾਲਸਾ ਜੰਗ ਕਰੇ। ਪਰ ਇੱਕ ਚੀਜ਼ ਖਾਲਸਾ ਜੀ ਹੋਰ ਵੀ ਹੈ, ਇੱਕ ਪੱਖ ਹੋਰ ਵੀ ਸੋਚੋ ਵੀ ਜੇ ਅਸੀਂ ਜੰਗ ਕਰਨ ਲੱਗ ਗਏ ਨਾ ਤੇ ਸਾਡਾ ਨੁਕਸਾਨ ਕੀ ਹੋਵੇਗਾ। ਅਸੀਂ ਕੋਹਾਂ ਤੋਂ ਗੁਰੂ ਕੇ ਸਿੱਖ ਦਰਬਾਰ ਸਾਹਿਬ ਦੀਵਾਲੀ ਦੇ ਮੇਲੇ ਤੇ ਮੰਗਵਾਏ ਹਨ। ਜਦੋਂ ਇੱਥੇ ਜੰਗ ਹੋਣ ਲੱਗ ਪਿਆ, ਤੁਰਕ ਜਿਹੜੇ ਨੇ ਬੰਦਈਆਂ ਦੇ ਨਾਲ ਰਲ ਗਏ ਨੇ ਤੇ ਉਹ ਜਿਹੜੇ ਸਿੱਖ ਇੱਥੇ ਆਏ ਹੋਏ ਨੇ ਉਹਨਾਂ ਸਿੱਖਾਂ ਦੀ ਜਾਨ ਚਲੀ ਜਾਏਗੀ। ਬਿਨਾਂ ਕਾਰਨ ਤੋਂ ਸਿੱਖ ਇੱਥੇ ਸ਼ਹੀਦ ਹੋ ਜਾਣਗੇ। ਤੇ ਸਿਆਣਪ ਇਹਦੇ ਵਿੱਚ ਹੈ ਵੀ ਕੁਝ ਕੁ ਸਮਾਂ ਨਾ ਬਾਅਦ ਘਾਟ ਜਿਹੜੀ ਆਪਣੇ ਸਿਰ ਤੇ ਸਹਿ ਲਵੋ। ਸੰਗਤ ਇਕੱਤਰ ਹੋਈ, ਬਾਣੀ ਪੜਨ ਦਾ ਸਿਮਰਨ ਕਰਨ ਦਾ ਵੇਲਾ ਹੈ। ਇਸ ਸਮੇਂ ਤੁਸੀਂ ਜੰਗ ਨਾ ਕਰੋ। ਖਾਲਸਾ ਜੀ ਜਦੋਂ ਸਾਰਾ ਮੇਲਾ ਰੁਖਸਤ ਹੋ ਜਾਏਗਾ, ਸੰਗਤਾਂ ਚਲੀਆਂ ਜਾਣਗੀਆਂ, ਫਿਰ ਤੁਹਾਡੇ ਚਿੱਤ ਵਿੱਚ ਜੋ ਆਵੇ ਨਾ ਤੁਸੀਂ ਕਰ ਲਿਓ। ਹੁਣ ਥੋੜਾ ਜਿਹਾ ਟਿਕਾ ਵਿੱਚ ਆ ਜਾਓ। ਹੁਣ ਜੰਗ ਨਾ ਕਰੋ, ਜਿਵੇਂ ਕਿਵੇਂ ਕਰਕੇ ਔਖੇ ਸੌਖੇ ਮਸਲਾ ਟਾਲ ਦਿਓ ਤੇ ਜਦੋਂ ਸੰਗਤ ਚਲੀ ਜਾਏਗੀ ਤੇ ਮੁੜ ਕੇ ਆਪਾਂ ਜੰਗ ਕਰਕੇ ਨਾ ਬੰਦਈਆਂ ਤੇ ਤੁਰਕਾਂ ਦਾ ਘਾਤ ਕਰ ਦਿਆਂਗੇ। ਸਾਧ ਸੰਗਤ ਜੀ ਬਹੁਤ ਸਾਰੀ ਸੰਗਤ ਆਈ, ਦਰਬਾਰ ਸਾਹਿਬ ਬਹੁਤ ਸਾਰੀ ਚੜ੍ਹਤ ਹੋਈ, ਮਾਇਆ ਆਈ। ਉਸ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਸਨ। ਉਹ ਸੇਵਾ ਕਰਦੇ ਸਨ ਉਥੇ ਤੇ ਭਾਈ ਮਨੀ ਸਿੰਘ ਜੀ ਸੇਵਾ ਕਰਦੇ ਸਨ। ਸੰਗਤਾਂ ਨੂੰ ਨਾ ਰੁਖਸਤ ਕੀਤਾ, ਸਾਰੀਆਂ ਸੰਗਤਾਂ ਵਾਪਸ ਚਲੀਆਂ ਗਈਆਂ ਹਨ। ਹੁਣ ਜਿਹੜੇ ਬੰਦਈ ਸਨ, ਸੰਗਤਾਂ ਦੇ ਜਾਣ ਤੋਂ ਬਾਅਦ ਉਹ ਅੱਧਾ ਹਿੱਸਾ ਮੰਗਣ ਲੱਗ ਪਏ ਵੀ ਸਾਨੂੰ ਅੱਧਾ ਹਿੱਸਾ ਦਿਓ। ਤੇ ਜਿਹੜੇ ਤੁਰਕ ਸਨ ਉਹ ਵੀ ਉਹਨਾਂ ਦਾ ਪੱਖ ਲੈਣ ਲੱਗ ਪਏ, ਕਿਉਂਕਿ 20,000 ਟਕੇ ਜੋ ਦੇਣੇ ਸੀ ਬੰਦਈਆਂ ਨੇ ਉਹਨਾਂ ਨੂੰ। ਤੇ ਹੁਣ ਤੁਰਕਾਂ ਦਾ ਸਹਾਰਾ ਲੈ ਲਿਆ ਤੇ ਸਿੰਘਾਂ ਕੋਲੋਂ ਚੜ੍ਹਤ ਮੰਗਣ ਲੱਗ ਪਏ ਹਨ। ਜਿਹੜਾ ਤੁਰਕਾਂ ਦਾ ਉਸ ਸਮੇਂ ਦਰੋਗਾ ਹੈ, ਉਹਨੇ ਹੁਣ ਆਪਣਾ ਲਾਲਚ ਕੀਤਾ ਵੀ ਮੈਨੂੰ 20,000 ਦਮੜੇ ਮਿਲਣਗੇ। ਉਹ ਨਾ ਹੁਣ ਆਪ ਵਿੱਚ ਵੜ ਕੇ ਨਾ ਸਿੰਘਾਂ ਦੇ ਬੰਦਈਆਂ ਨੂੰ ਚੁੱਕਣ ਲੱਗ ਪਿਆ, ਕਿਉਂਕਿ ਉਹ ਇਹ ਵੇਖਦਾ ਪਿਆ ਸੀ ਵੀ ਕਿਤੇ ਸੁਲ੍ਹਾ ਨਾ ਹੋ ਜਾਏ ਦੋਹਾਂ ਜਾਣਿਆਂ ਦੀ।
ਉਹ ਜਾਣ ਕੇ ਵਿੱਚ ਵੱਧ ਕੇ ਨਾ ਲਾਗ ਡਾਟ ਵਧਾਉਣ ਲੱਗ ਪਿਆ ਸਿੰਘਾਂ ਵਿੱਚ। ਲਗ ਮਰੈ ਤਾਂ ਹਮ ਬਨੈ ਕਾਜ। ਆਖਦਾ ਵੀ ਆਪਸ ਵਿੱਚ ਲੜ ਕੇ ਮਰ ਜਾਣਗੇ ਤੇ ਮੇਰਾ ਕੰਮ ਬਣ ਜਾਏਗਾ। ਹਾਰ ਕੁਕ ਬੰਦਈਨ ਆਈ। ਹੁਣ ਅਸਲ ਦੇ ਵਿੱਚ ਹੋਣਹਾਰੀ ਨਾ ਬੰਦਈਆਂ ਦੇ ਨੇੜੇ ਆ ਗਈ ਸੀ। ਸਿੱਖ ਤੁਮ ਗੁਰਮੁਖ ਭਾਈ। ਭਾਈ ਰਤਨ ਸਿੰਘ ਜੀ ਕਹਿੰਦੇ ਗੁਰੂ ਕੇ ਪਿਆਰੇ ਸਿੱਖੋ ਗੁਰਮੁਖ ਜਨੋ ਪ੍ਰੇਮ ਨਾਲ ਕਥਾ ਸੁਣੋ। ਜਿਮ ਖਾਲਸੋ ਡਰ ਤੋ ਜਾਵੈ। ਹੁਣ ਖਾਲਸਾ ਤਾਂ ਟਾਲਦਾ ਸੀ ਮਸਲਾ ਵੀ ਸਿੰਘ ਆਪਸ ਵਿੱਚ ਨਾ ਲੜਨ ਕਿਸੇ ਨਾ ਕਿਸੇ ਤਰੀਕੇ। ਆ ਸਾਡੇ ਵਾਲੇ ਵੀ ਅੱਜ ਕੱਲ ਲੜਨ ਨੂੰ ਹਰ ਵਕਤ ਤਿਆਰ ਰਹਿੰਦੇ ਨੇ, ਪੱਲੇ ਭਾਵੇਂ ਕੱਖ ਨਾ ਹੋਵੇ ਤੇ ਆਪਣੇ ਆਪ ਨੂੰ ਸਾਬਤ ਕਰਨ ਵਾਸਤੇ ਲੜਨ ਵਾਸਤੇ ਹਰ ਵਕਤ ਤਿਆਰ ਬਰ ਤਿਆਰ ਰਹਿੰਦੇ ਨੇ। ਗੁਰੂ ਕੇ ਪੰਥ ਦਾ ਖਿਆਲ ਕਿਸੇ ਨੂੰ ਨਹੀਂ ਹੁੰਦਾ। ਖਾਲਸੇ ਬੜੇ ਸਿਆਣੇ ਸਨ ਉਸ ਸਮੇਂ ਦੇ ਵਿੱਚ ਵੀ ਚਲੋ ਕੋਈ ਨਹੀਂ ਵੀ ਜੇ ਮਸਲਾ ਟਲਦਾ ਤੇ ਟਾਲ ਦਿਓ ਕਿਸੇ ਤਰੀਕੇ ਦੇ ਨਾਲ। ਖਾਲਸਾ ਟਲਦਾ ਸੀ ਪਰ ਬੰਦਈ ਨਹੀਂ ਸਨ ਟਲਦੇ। ਉਹਨਾਂ ਨੂੰ ਸੀ ਵੀ ਅਸੀਂ ਜੰਗ ਕਰਕੇ ਸਿੰਘਾਂ ਨੂੰ ਮਾਰ ਦਿਆਂਗੇ, ਇਹਨਾਂ ਦੀ ਥੋੜੀ ਗਿਣਤੀ ਹੈ ਤੇ ਸਾਡੇ ਕੋਲ ਬਹੁਤੇ ਹਨ। ਜਿਉਂ-ਜਿਉਂ ਸਿੰਘ ਇਹ ਮਸਲਾ ਟਾਲਦੇ ਨੇ ਤਿਉਂ-ਤਿਉਂ ਬੰਦਈ ਸਿਰ ਚੜ੍ਹਦੇ ਆਉਂਦੇ ਹਨ। ਉਹ ਕਹਿਣ ਲੱਗੇ ਵੀ ਖਾਲਸਾ ਨਾ ਸਾਡੇ ਕੋਲੋਂ ਜੰਗ ਵਿੱਚੋਂ ਹਾਰੇਗਾ। ਅਸੀਂ ਤੁਰਕਾਂ ਦੇ ਨਾਲ ਮਿਲ ਕੇ ਨਾ ਸਾਰੇ ਸਿੰਘਾਂ ਨੂੰ ਮਾਰ ਦਿਆਂਗੇ। ਤੇ ਫਿਰ ਜਿੰਨੇ ਵੀ ਗੁਰਦੁਆਰੇ ਨੇ ਨਾ ਸਾਰੇ ਗੁਰਦੁਆਰਿਆਂ ਦਾ ਜਿਹੜਾ ਚੜਾਵਾ ਹੈ ਉਹਦਾ ਅਸੀਂ ਅੱਧ ਟਕਾ ਲਿਆਂਗੇ। ਭਾਵ ਕਿ ਅੱਧੀ ਚੜ੍ਹਤ ਅਸੀਂ ਲਵਾਂਗੇ ਤੇ ਅੱਧੀ ਇਹ ਰੱਖ ਲੈਣ। ਇਹੋ ਜਿਹੀਆਂ ਗੱਲਾਂ ਮਨ ਵਿੱਚ ਮਿੱਥ ਕੇ ਨਿਸ਼ਚਾ ਕਰਕੇ ਹੰਕਾਰ ਕਰਦੇ ਹਨ। ਆਖਣ ਲੱਗੇ ਵੀ ਅੱਧਾ ਚੜਾਵਾ ਜਿਹੜਾ ਸਾਡੀ ਸੰਗਤ ਦਾ ਚੜਿਆ ਹੈ, ਇਸ ਕਰਕੇ ਅਸੀਂ ਅੱਧੇ ਚੜਾਵੇ ਦਾ ਦਾਅਵਾ ਕਰਦੇ ਹਾਂ ਵੀ ਅੱਧਾ ਚੜਾਵਾ ਸਾਨੂੰ ਮਿਲਣਾ ਚਾਹੀਦਾ ਹੈ। ਤੇ ਸਿੰਘ ਕਹਿਣ ਲੱਗੇ ਭਾਈ ਇਹ ਗੁਰੂ ਨਾਨਕ ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਘਰ ਹੈ, ਇਹ ਗੁਰੂ ਕਾ ਦਰਬਾਰ ਹੈ। ਇਸ ਦਰਬਾਰ ਦੇ ਚੜਾਵੇ ਤੇ ਹੱਕ ਕੇਵਲ ਉਸੇ ਦਾ ਹੀ ਰਹੇਗਾ ਜਿਹੜਾ ਇਸ ਦਰਬਾਰ ਦਾ ਸੇਵਕ ਹੈ ਤੇ ਗੁਰੂ ਕੇ ਹੁਕਮਾਂ ਅਨੁਸਾਰ ਚੱਲਦਾ ਹੈ। ਫਿਰ ਤੁਸੀਂ ਇੱਥੋਂ ਚੜਾਵਾ ਲੈਣ ਵਾਸਤੇ ਕਿਵੇਂ ਦਾਵਾ ਕਰ ਰਹੇ ਹੋ? ਤੁਸੀਂ ਆਪਣਾ ਮਤ ਵੱਖਰਾ ਚਲਾਇਆ, ਗੁਰੂ ਤੋਂ ਤੁਸੀਂ ਬੇਮੁਖ ਹੋ, ਮਨਮਤੀਆਂ ਵਾਲੇ ਕੰਮ ਤੁਸੀਂ ਕਰਦੇ ਹੋ ਤੇ ਤੁਸੀਂ ਅੱਧੇ ਚੜਾਵੇ ਤੇ ਹੱਕ ਕਿਵੇਂ ਜਤਾ ਸਕਦੇ ਹੋ? ਇਸ ਕਰਕੇ ਇੱਥੋਂ ਤੁਹਾਡੀ ਕੋਈ ਕਾਰ ਨਹੀਂ ਬਣਦੀ। ਸਿੰਘਾਂ ਨੇ ਇੱਕ ਮਤਾ ਉਹਨਾਂ ਦੇ ਮੂਹਰੇ ਰੱਖ ਦਿੱਤਾ, ਠੀਕ ਹੈ ਤੁਸੀਂ ਅੱਧਾ ਚੜਾਵਾ ਲੈਣਾ, ਅਸੀਂ ਦੇਣ ਨੂੰ ਤਿਆਰ ਹਾਂ, ਪਰ ਇੱਕ ਸ਼ਰਤ ਹੈ, ਫਤਿਹ ਦਰਸ਼ਨ ਤੁਮ ਛੱਡ ਰਲੋ। ਜਿਹੜੀ ਫਤਿਹ ਦਰਸ਼ਨ ਬੁਲਾਉਂਦੇ ਹੋ ਨਾ, ਜੋ ਬੰਦੇ ਬਹਾਦਰ ਨੇ ਸ਼ੁਰੂ ਕੀਤੀ, ਇਹ ਛੱਡ ਦਿਓ ਤੇ ਅੰਮ੍ਰਿਤਪਾਨ ਕਰ ਲਓ। ਪਾਹਲ ਪੀਓ ਸਰਬੰਗ, ਸਾਰੇ ਜਾਣੇ ਅੰਮ੍ਰਿਤਪਾਨ ਕਰਕੇ ਤਨਖਾਹ ਲਵਾ ਕੇ ਗੁਰੂ ਕੇ ਖਾਲਸੇ ਦੇ ਵਿੱਚ ਦਾਖਲ ਹੋ ਜਾਓ। ਸਾਰੀਆਂ ਸੰਗਤਾਂ ਦੇ ਵਿੱਚ ਰਲ ਕੇ ਲੰਗਰ ਛਕੋ। ਜੋ ਇੱਥੇ ਲੰਗਰ ਤਿਆਰ ਹੁੰਦਾ ਹੈ ਉਹ ਲੰਗਰ ਛਕੋ। ਖਾਲਸੇ ਦੀ ਭਜੰਗੀਆਂ ਦੀ ਰੀਤ ਧਾਰਨ ਕਰ ਲਓ। ਜੇ ਤੁਸੀਂ ਖਾਲਸਿਆਂ ਵਿੱਚ ਰਲ ਜਾਂਦੇ ਹੋ ਅਸੀਂ ਤੁਹਾਨੂੰ ਚੜ੍ਹਤ ਦੇ ਦਿਆਂਗੇ, ਪਰ ਜੇ ਤੁਸੀਂ ਬੰਦਈ ਬਣ ਕੇ ਚੜ੍ਹਤ ਲੈਣਾ ਚਾਹੁੰਦੇ ਹੋ ਫਿਰ ਤੁਹਾਨੂੰ ਇੱਕ ਟਕਾ ਵੀ ਖਾਲਸਾ ਨਹੀਂ ਦੇਵੇਗਾ। ਪਰ ਭਾਈ ਰਤਨ ਸਿੰਘ ਜੀ ਕਹਿੰਦੇ ਜਿਹੜੇ ਬੰਦਈ ਸਨ ਉਹਨਾਂ ਦੇ ਮਨ ਵਿੱਚ ਹੋਰ ਹੰਕਾਰ ਪੈਦਾ ਹੋਇਆ ਹੈ। ਉਹ ਆਪਣੀ ਵੈਸ਼ਨਵ ਮੱਤ ਵਾਲੀ ਰੀਤ ਵੀ ਚਲਾਉਣਾ ਚਾਹੁੰਦੇ ਸਨ ਤੇ ਚੜਾਵਾ ਵੀ ਲੈਣਾ ਚਾਹੁੰਦੇ ਸਨ। ਦਾਵਾ ਕਰਦੇ ਵੀ ਸਾਡੇ ਗੁਰੂ ਵਿੱਚ ਬਹੁਤ ਵੱਡੀ ਕਰਾਮਾਤ ਹੈ। ਆਖੇ ਜੀ ਅਸੀਂ ਤਾਂ ਹੱਥ ਤੇ ਸਰੋਂ ਜਮਾ ਦਈਏ, ਏਡੇ ਕਰਾਮਾਤੀ ਅਸੀਂ ਤਾਕਤਵਾਰ ਹਾਂ। ਸਾਡਾ ਗੁਰੂ ਬੜਾ ਕਲਾ ਧਾਰੀ ਸੀ। ਭਾਵ ਬੰਦੇ ਬਹਾਦਰ ਵੱਲੋਂ ਇਸ਼ਾਰਾ ਕਰਦੇ ਨਾ ਬੰਦਈ, ਸਾਡਾ ਗੁਰੂ ਬੜਾ ਤਾਕਤਵਾਰ ਹੈ। ਉਹ ਤਾਂ ਉਡਾਰੀ ਮਾਰ ਕੇ 100 ਕੋਹਾਂ ਤੱਕ ਚਲਾ ਜਾਂਦਾ ਸੀ। ਸੰਸਾਰ ਦੇ ਵਿੱਚ ਜਿਹੜੇ 6 ਦਰਸ਼ਨ 6 ਮਤ ਹਨ, ਇਸ ਪ੍ਰਕਾਰ ਉਹ ਸਾਰੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ ਤੇ ਉਹ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਦੇ ਅਨੁਸਾਰ ਚੱਲਣ ਵਾਲੇ ਹਨ। ਭਾਈ ਰਤਨ ਸਿੰਘ ਜੀ ਕਹਿੰਦੇ ਗੁਰੂ ਕਹਾਵੈ ਪਾਛਲ ਬਾਦ। ਉਹ ਵੀ ਆਪਸ ਵਿੱਚ ਝਗੜਾ ਆਦਿਕ ਕਰਕੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ।
ਜਿਵੇਂ ਉਹ ਗੁਰੂ ਕਹਾ ਰਹੇ ਨੇ ਤੇ ਬੰਦਾ ਬਹਾਦਰ ਆਦਿਕ ਉਹਦੇ ਚੇਲੇ ਵੀ ਇਸੇ ਤਰ੍ਹਾਂ ਛਲ ਝਗੜਾ ਕਰਕੇ ਗੁਰੂ ਕਹਾਣਾ ਚਾਹੁੰਦੇ, ਆਪਣਾ ਪੰਥ ਵੱਖਰਾ ਚਲਾਉਣਾ ਚਾਹੁੰਦੇ ਹਨ। ਸਿੰਘਨ ਕਹੈ ਹਮ ਮਨੈ ਨ ਮੰਤਰ। ਪਰ ਸਿੰਘ ਕਹਿਣ ਲੱਗੇ, ਬੰਦਈਓ ਆ ਜਿਹੜੇ ਮੰਤਰ ਮੁੰਤਰ ਦੀ ਗੱਲ ਤੁਸੀਂ ਕਰਦੇ ਹੋ ਨਾ, ਇਹ ਨਹੀਂ ਅਸੀਂ ਮੰਨਦੇ। ਨਵੋ ਮੰਤਰ ਮੰਤਰ ਅਸੀਂ ਇੱਕੋ ਮੰਤਰ ਮੰਨਦੇ ਹਾਂ, ਜਿਹੜਾ ਮੰਤਰਾਂ ਵਿੱਚੋਂ ਸ਼੍ਰੋਮਣੀ ਮੰਤਰ ਹੈ ਵਾਹਿਗੁਰੂ ਮੰਤਰ, ਅਸੀਂ ਕੇਵਲ ਇਹੀ ਮੰਤਰ ਮੰਨਦੇ ਹਾਂ। ਆ ਜਿਹੜੇ ਮੰਤਰ ਤੁਹਾਡੇ ਗੁਰੂ ਨੇ ਬਣਾਏ ਹੋਏ ਨੇ ਨਾ, ਇਹ ਮੰਤਰ ਗੁਰੂ ਕਾ ਖਾਲਸਾ ਨਹੀਂ ਮੰਨਦਾ। ਆਖੈ ਕੋ ਚਲੈ ਨ ਤੰਤਰ। ਤੇ ਜਿਨ੍ਹਾਂ ਤੰਤਰਾਂ ਦੀ ਗੱਲ ਕਰਦੇ ਹੋ ਤੁਸੀਂ, ਗੁਰੂ ਕੇ ਖਾਲਸੇ ਦੀ ਤੇਗ ਦੇ ਅੱਗੇ ਤੰਤਰ ਵੀ ਕਿਸੇ ਤਰ੍ਹਾਂ ਦਾ ਕੋਈ ਨਹੀਂ ਚੱਲਦਾ। ਜੇ ਆਪਣੇ ਆਪ ਨੂੰ ਐਡੇ ਵੱਡੇ ਯੋਧੇ ਸਮਝਦੇ ਹੋ ਤੇ ਚਲੋ ਸਾਡੇ ਨਾਲ ਮੈਦਾਨੇ ਜੰਗ ਵਿੱਚ ਲੜਾਈ ਕਰੋ। ਆ ਜਿਹੜੀਆਂ ਮੰਤਰਾਂ ਜੰਤਰਾਂ ਦੀ ਗੱਲ ਕਰਦੇ ਹੋ, ਤੁਹਾਡਾ ਗੁਰੂ ਉੱਡ ਕੇ ਉੱਥੇ ਤੁਰ ਜਾਂਦਾ ਸੀ, ਉੱਥੇ ਤੁਰ ਜਾਂਦਾ ਸੀ, ਆਹ ਕਰ ਦਿੰਦਾ ਸੀ, ਉਹ ਕਰ ਦਿੰਦਾ ਸੀ, ਇਹ ਗੱਲਾਂ ਅਸੀਂ ਨਹੀਂ ਮੰਨਦੇ। ਅਸੀਂ ਮੰਤਰ ਤੰਤਰ ਨਾਲ ਪਤਿਆਣ ਵਾਲੇ ਨਹੀਂ, ਅਸੀਂ ਤਾਂ ਜੰਗ ਕਰਨ ਵਾਲੇ ਗੁਰੂ ਕੇ ਸਿੱਖਾਂ। ਜੇ ਹਿੰਮਤ ਹੈ ਤੇ ਆਓ ਸਾਡੇ ਨਾਲ ਮੈਦਾਨੇ ਜੰਗ ਵਿੱਚ ਜੂਝ ਕੇ ਵੇਖੋ। ਭਾਈ ਰਤਨ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਦੋਹਾਂ ਦਲਾਂ ਦੇ ਵਿੱਚ ਆਪਸੀ ਵਿਖਾਦ ਵੱਧ ਗਿਆ ਹੈ। ਇਹੋ ਜਿਹੇ ਹਾਲਾਤ ਬਣ ਗਏ ਵੀ ਤੁਸੀਂ ਉਹ ਸਮਝ ਲਓ ਵੀ ਇੱਕ ਘੜੀ ਪਲਕ ਦੇ ਵਿੱਚ ਹੀ ਆਪਸ ਵਿੱਚ ਮਾਨੋ ਵੀ ਮਰ ਜਾਣ, ਇਦਾਂ ਦੀ ਉੱਥੇ ਹਾਲਾਤ ਦਸ਼ਾ ਬਣ ਗਈ ਹੈ। ਉੱਥੇ ਬਾਬਾ ਬੁੱਢਾ ਜੀ ਦਾ ਪਰਿਵਾਰ, ਉਹਨਾਂ ਦੇ ਅੱਗੋਂ ਪੋਤਰੇ ਪੁੱਤ ਪੋਤਰੇ, ਇਹ ਜਿਉਂ ਉਹਨਾਂ ਦੀ ਅੰਸ-ਮੰਸ ਗੁਰੂ ਘਰ ਦੇ ਵਿੱਚ ਰਹਿੰਦੀ ਸੀ, ਸੇਵਾ ਕਰਦੀ ਸੀ। ਤੇ ਭਾਈ ਸਾਲੋ ਜੀ ਦਾ ਖਾਨਦਾਨ, ਉਹਨਾਂ ਦੇ ਪਰਿਵਾਰ ਵਿੱਚੋਂ ਅੱਗੇ ਇਸ ਤਰ੍ਹਾਂ ਜਿਹੜੇ ਗੁਰੂ ਕੇ ਸਿੱਖ ਸਨ ਉਹ ਵੀ ਸਾਰੇ ਨਾਲ ਸੁਸ਼ੋਭਿਤ ਹਨ। ਭਾਈ ਭਗਤੂ ਤੇ ਭਾਈ ਬਹਿਲੋ ਦੀ ਜਿਹੜੇ ਪੋਤੇ ਸਨ ਉਹ ਵੀ ਉੱਥੇ ਮੌਜੂਦ ਹਨ। ਸਾਧ ਸੰਗਤ ਜੀ ਜਦੋਂ ਆਪਸ ਵਿੱਚ ਉੱਥੇ ਮਸਲਾ ਵੱਧ ਗਿਆ, ਫਿਰ ਉਸ ਮਸਲੇ ਨੂੰ ਨਜਿੱਠਣ ਵਾਸਤੇ ਮੂਹਰੇ ਆਏ ਸਨ ਭਾਈ ਮਨੀ ਸਿੰਘ ਜੀ। ਭਾਈ ਮਨੀ ਸਿੰਘ ਜੀ ਤੇ ਮੇਵੜਨ ਜਿਹੜੇ ਉੱਥੇ ਅਰਦਾਸੀਏ ਸਿੱਖ ਸਨ ਦਰਬਾਰ ਸਾਹਿਬ, ਉਹਨਾਂ ਨੇ ਇਕੱਤਰ ਹੋ ਕੇ ਤੇ ਆਪਸ ਵਿੱਚ ਉਹਨਾਂ ਨੂੰ ਸਮਝਾਇਆ ਦੋਨੇ ਪੱਖਾਂ ਨੂੰ ਵੀ ਤੁਸੀਂ ਦਰਬਾਰ ਸਾਹਿਬ ਇੱਥੇ ਆ ਕੇ ਨਾ ਲੜਾਈ ਨਾ ਕਰੋ, ਜੰਗ ਨਾ ਕਰੋ। ਉਹਨਾਂ ਨੇ ਸਮਝਾਇਆ ਬੰਦਈਆਂ ਨੂੰ ਤੇ ਨਾਲੇ ਤਤ ਖਾਲਸੇ ਵਾਲੇ ਸਿੰਘਾਂ ਨੂੰ ਵੀ ਆਪਸ ਵਿੱਚ ਸ਼ਾਂਤੀ ਤੇ ਪਿਆਰ ਦੇ ਨਾਲ ਆਪਣਾ ਮਸਲਾ ਹੱਲ ਕਰ ਲਓ, ਤੇ ਜੰਗ ਕਰਨ ਨਾਲ ਲੜਾਈ ਕਰਨ ਦੇ ਨਾਲ ਤੁਹਾਡਾ ਮਸਲਾ ਹੱਲ ਨਹੀਂ ਹੋਣਾ। ਭਾਈ ਮਨੀ ਸਿੰਘ ਜੀ ਉਹਨਾਂ ਨੂੰ ਕਹਿਣ ਲੱਗੇ ਵੀ ਤੁਰਕ ਤਾਂ ਇਹੀ ਚਾਹੁੰਦੇ ਨੇ ਵੀ ਇਹ ਸਾਰੇ ਸਿੰਘ ਆਪਸ ਵਿੱਚ ਲੜ ਕੇ ਮਰ ਜਾਣ। ਉਹਨਾਂ ਵਾਸਤੇ ਹੋਰ ਸੌਖਾ ਕਾਰਜ ਕਿਹੜਾ ਹੋ ਸਕਦਾ ਹੈ? ਉਹ ਚਾਹੁੰਦੇ ਇਹੀ ਨੇ ਵੀ ਤੁਸੀਂ ਆਪਸ ਵਿੱਚ ਲੜ ਕੇ ਨਾ ਤੇ ਉਹਨਾਂ ਦੇ ਮਨ ਦੀ ਇੱਛਾ ਪੂਰਨ ਨਾ ਕਰੋ। ਇਸ ਪ੍ਰਕਾਰ ਦੋਹੇ ਤਰਫ ਦੇ ਜਿਹੜੇ ਸਿਆਣੇ ਸਿੱਖ ਆਪਸ ਵਿੱਚ ਬਚਨ ਕਰਨ ਲੱਗੇ ਹਨ, ਆਪਸ ਵਿੱਚ ਸਲਾਹ ਮਸ਼ਵਰਾ ਕਰਦੇ ਨੇ। ਭਾਈ ਮਨੀ ਸਿੰਘ ਜੀ ਵਿਚਕਾਰ ਵਿਚੋਲੇ ਬਣ ਗਏ, ਉਹਨਾਂ ਦੀ ਸੁਲ੍ਹਾ ਕਰਾਉਣ ਦਾ ਯਤਨ ਕਰਦੇ ਨੇ ਵੀ ਉਹ ਰਸਤਾ ਲੱਭ ਰਹੇ ਨੇ ਵੀ ਜਿਹਦੇ ਨਾਲ ਦੋਹੇ ਧਿਰਾਂ 'ਚ ਸ਼ਾਂਤੀ ਵੀ ਬਣੀ ਰਹੇ ਤੇ ਜੰਗ ਵੀ ਨਾ ਹੋਵੇ ਤੇ ਮਸਲਾ ਵੀ ਹੱਲ ਹੋ ਜਾਵੇ। ਭਾਈ ਮਨੀ ਸਿੰਘ ਜੀ ਨੇ ਇਸ ਪ੍ਰਕਾਰ ਬਚਨ ਆਖਿਆ ਵੀ ਜੇ ਤੁਸੀਂ ਸਾਡੀ ਸਲਾਹ ਮੰਨੋ, ਇਹਦੇ ਨਾਲ ਨਾ ਦੋਨੇ ਤਰਫਾਂ ਤੇ ਸ਼ਾਂਤੀ ਬਣੀ ਰਹੇਗੀ। ਭਾਈ ਮਨੀ ਸਿੰਘ ਜੀ ਕਹਿਣ ਲੱਗੇ ਵੀ ਆਪਾਂ ਇਸ ਤਰ੍ਹਾਂ ਕਰਦੇ ਹਾਂ ਵੀ ਆਪਾਂ ਸਾਰੀ ਗੱਲ ਨਾ ਕਰਤੇ ਪੁਰਖ ਅਕਾਲ ਪੁਰਖ ਤੇ ਛੱਡ ਦਿੰਦੇ ਹਾਂ। ਜੋ ਫੈਸਲਾ ਅਕਾਲ ਪੁਰਖ ਦਾ ਹੋਵੇਗਾ ਤੇ ਦੋਵੇਂ ਧਿਰਾਂ ਜਿਹੜੀਆਂ ਉਸ ਫੈਸਲੇ ਨੂੰ ਮੰਨ ਲੈਣਗੀਆਂ। ਇਸ ਕਰਕੇ ਜੋ ਕਰਤਾ ਕਰੇਗਾ ਖਾਲਸਿਓ, ਤੁਸੀਂ ਉਹ ਜਿਹੜਾ ਬਚਨ ਮੰਨ ਲਿਓ। ਸਾਰਾ ਕੁਝ ਕਰਤੇ ਦੇ ਹੱਥ ਵਿੱਚ ਹੈ, ਇਹ ਗੱਲ ਆਪਣੇ ਮਨ ਵਿੱਚ ਜਾਣ ਲਓ। ਵਾਹਿਗੁਰੂ ਅਕਾਲ ਪੁਰਖ ਦੇ ਹੱਥ ਵਿੱਚ ਸਭ ਕੁਝ ਹੈ। ਤੇ ਤੁਸੀਂ ਆਪਸ ਵਿੱਚ ਭਾਈ ਲੜ ਕੇ ਕਿਉਂ ਮਰਦੇ ਹੋ, ਕਿਉਂ ਜੰਗ ਕਰਦੇ ਹੋ, ਕਿਉਂ ਅਸ਼ਾਂਤੀ ਜਿਹੜੀ ਆ ਹਰ ਪਾਸੇ ਫੈਲਾਉਂਦੇ ਹੋ? ਭਾਈ ਮਨੀ ਸਿੰਘ ਜੀ ਕਹਿਣ ਲੱਗੇ ਵੀ ਇਸ ਤਰ੍ਹਾਂ ਕਰ ਲਓ ਵੀ 2 ਚਿੱਠੀਆਂ ਲਿਖ ਲਓ ਤੇ 2 ਚਿੱਠੀਆਂ ਲਿਖ ਕੇ ਨਾ ਸ੍ਰੀ ਦਰਬਾਰ ਸਾਹਿਬ ਰੱਖ ਦਿਓ, ਤੇ ਜਾਂ ਫਿਰ ਉਹ 2 ਚਿੱਠੀਆਂ ਲੈ ਕੇ ਨਾ ਤੇ ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਪਾਵਨ ਸਰੋਵਰ ਅੰਮ੍ਰਿਤਸਰ ਸਾਹਿਬ ਦਾ, ਇਸ ਸਰੋਵਰ ਦੇ ਵਿੱਚ ਦੋਨੇ ਚਿੱਠੀਆਂ ਪਾ ਦਿਓ। ਇੱਕ ਚਿੱਠੀ ਤੇ ਫਤਿਹ ਦਰਸ਼ਨ ਲਿਖ ਦਿਓ
ਤੇ ਇੱਕ ਚਿੱਠੀ ਦੇ ਉੱਤੇ ਗੁਰੂ ਫਤਿਹ ਲਿਖ ਦਿਓ। ਇਸ ਤਰ੍ਹਾਂ ਦੋ ਚਿੱਠੀਆਂ ਤੇ ਦੋਹਾਂ ਦੇ ਉੱਤੇ ਭਾਈ ਗੁਰੂ ਫਤਿਹ ਤੇ ਦਰਸ਼ਨ ਫਤਿਹ ਲਿਖ ਦਿਓ। ਤੇ ਜਿਹੜੀ ਚਿੱਠੀ ਤਰ ਕੇ ਪਾਣੀ ਵਿੱਚੋਂ ਜਲ ਵਿੱਚੋਂ ਬਾਹਰ ਆ ਜਾਏਗੀ ਤੇ ਉਸ ਚਿੱਠੀ ਜਿਹੜੀ ਚਿੱਠੀ ਤਰ ਕੇ ਜਲ ਵਿੱਚੋਂ ਬਾਹਰ ਆਏਗੀ ਤੇ ਉਹ ਜਿਹੜੀ ਧਿਰ ਭਾਈ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਸੰਭਾਲ, ਗੁਰੂ ਧਾਮਾਂ ਦੀ ਸੇਵਾ ਸੰਭਾਲ ਤੇ ਜਿਹੜਾ ਚੜਾਵਾ ਹੋਵੇਗਾ ਉਹ ਚੜਾਵਾ ਰੱਖੇਗੀ ਤੇ ਉਹੀ ਗੁਰੂ ਦਾ ਅਸਲੀ ਪੰਥ ਹੋਵੇਗਾ। ਤੇ ਜਿਹੜੀ ਚਿੱਠੀ ਡੁੱਬ ਜਾਏਗੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਜਲ ਦੇ ਵਿੱਚ ਤੇ ਉਹ ਭਾਈ ਗੁਰੂ ਕਾ ਉਹ ਜਿਹੜਾ ਗੁਰੂ ਕੇ ਖਾਲਸੇ ਤੋਂ ਦੂਰ ਹੋ ਜਾਏਗਾ। ਜਿਨ੍ਹਾਂ ਦੀ ਚਿੱਠੀ ਡੁੱਬ ਜਾਏਗੀ ਉਹ ਹਰਮੰਦਰ ਸਾਹਿਬ ਦੀ ਝੜਤ ਤੋਂ ਦੂਰ ਹੋ ਜਾਣਗੇ। ਤੇ ਫਿਰ ਇਹਦਾ ਭਾਵ ਹੈ ਕਿ ਉਹਨਾਂ ਦੇ ਪੰਥ ਦਾ ਪ੍ਰਚਾਰ ਨਹੀਂ ਹੋ ਸਕਦਾ ਤੇ ਨਾ ਹੀ ਮਹਾਰਾਜ ਚਾਹੁੰਦੇ ਵੀ ਉਹਨਾਂ ਦਾ ਪੰਥ ਜਿਹੜਾ ਸੰਸਾਰ ਦੇ ਵਿੱਚ ਵੱਧ ਸਕੇ। ਹੁਣ ਤੁਰਕ ਕਹਿਣ ਲੱਗੇ ਵੀ ਚੰਗਾ ਹੋਵੇ ਜੇ ਦੋਨੇ ਡੁੱਬ ਜਾਣ। ਭਾਈ ਮਨੀ ਸਿੰਘ ਤਾਂ ਇਹ ਚਾਹੁੰਦੇ ਸਨ ਵੀ ਦੋ ਚਿੱਠੀਆਂ ਪਾ ਦਿਓ ਜਲ ਵਿੱਚ, ਵੀ ਜਿਹਦੀ ਚਿੱਠੀ ਤਰ ਗਈ ਉਹ ਗੁਰੂ ਕਾ ਪੰਥ ਰਹੇਗਾ, ਉਹ ਸੇਵਾ ਸੰਭਾਲੇਗਾ ਤੇ ਚੜਾਵਾ ਲਏਗਾ। ਤੇ ਦੂਜਾ ਜਿਹੜਾ ਦਲ ਹੋਏਗਾ ਮਹਾਰਾਜ ਉਹਦਾ ਪ੍ਰਚਾਰ ਨਹੀਂ ਚਾਹੁੰਦੇ ਤੇ ਨਾ ਹੀ ਉਹ ਪ੍ਰਚਾਰ ਕਰ ਸਕਣਗੇ, ਦੂਰ ਹੋ ਜਾਣਗੇ ਉਹ। ਤੇ ਹੁਣ ਤੁਰਕ ਕਹਿੰਦੇ ਵੀ ਦੋਨੇ ਹੀ ਡੁੱਬ ਜਾਣ, ਵੀ ਝਗੜਾ ਹੀ ਨਿਬੜੇ ਤੇ ਅਸੀਂ ਸਾਰਾ ਕੁਝ ਸੰਭਾਲ ਲਈਏ। ਤੁਰਕ ਕਹਿੰਦੇ ਜੇ ਦੋਨੇ ਚਿੱਠੀਆਂ ਡਿੱਗ ਗਈਆਂ ਤੇ ਸਾਡਾ ਚੰਗਾ ਕੰਮ ਹੋ ਜਾਏਗਾ, ਖੂਬ ਕੰਮ ਹੋ ਜਾਵੇਗਾ। ਅਖੀਰ ਭਾਈ ਮਨੀ ਸਿੰਘ ਜੀ ਦੇ ਬਚਨ ਦੋਹਾਂ ਧਿਰਾਂ ਨੇ ਮੰਨ ਲਏ। ਖਾਲਸੇ ਪੰਥ ਨੇ ਵੀ ਮੰਨ ਲਏ ਤੇ ਬੰਦਾਈਆਂ ਨੇ ਵੀ ਮੰਨ ਲਏ ਤੇ ਸਭ ਨੇ ਫਿਰ ਕਰਤਾਰ ਅਕਾਲ ਪੁਰਖ ਉੱਪਰ ਡੋਰੀ ਛੱਡ ਦਿੱਤੀ ਵੀ ਜਿਵੇਂ ਕਰਤਾਰ ਨੂੰ ਚੰਗਾ ਲੱਗੇਗਾ ਉਸੇ ਤਰ੍ਹਾਂ ਹੋਵੇਗਾ। ਭਾਈ ਰਤਨ ਸਿੰਘ ਜੀ ਕਹਿੰਦੇ ਪਾਤਸ਼ਾਹੀ ਤਾਂ ਖਾਲਸੇ ਨੇ ਕਰਨੀ ਹੈ ਤੇ ਫਿਰ ਹਾਰ ਉਹਨਾਂ ਦੀ ਕਿਵੇਂ ਹੋ ਸਕਦੀ ਸੀ? ਜਿਨ੍ਹਾਂ ਨੂੰ ਮਹਾਰਾਜ ਕਲਗੀਧਰ ਜੀ ਨੇ ਆਪ ਥਾਪਿਆ, ਆਪ ਨਿਵਾਜਿਆ, ਉਹਨਾਂ ਦੀ ਪਿੱਠ ਥੋੜਾ ਲੱਗ ਸਕਦੀ ਹੈ, ਉਹਨਾਂ ਦੀ ਹਾਰ ਨਹੀਂ ਹੋ ਸਕਦੀ ਜਿਨ੍ਹਾਂ ਨੂੰ ਸਤਿਗੁਰੂ ਆਪ ਸਵਾਰਦੇ ਹਨ। ਇਧਰ ਤਤ ਖਾਲਸਾ ਗੁਰੂ ਕਾ ਖਾਲਸਾ ਦ੍ਰਿੜ ਚਿੱਤ ਹੋ ਗਿਆ, ਭਾਵ ਉਹਨਾਂ ਨੇ ਚਿੱਤ ਵਿੱਚ ਗੱਲ ਦ੍ਰਿੜ ਕਰ ਲਈ ਹੈ ਕਿ ਸਾਡੀ ਜਿੱਤ ਹੋਣੀ ਹੈ। ਸਿੰਘ ਕਹਿੰਦੇ ਵੀ ਸਾਨੂੰ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਪਰ ਸੱਚੀ ਪ੍ਰਤੀਤ ਹੈ, ਸੱਚਾ ਭਰੋਸਾ ਹੈ। ਉਹਨਾਂ ਦੀ ਕਿਰਪਾ ਨਾਲ ਦਿਨ ਪ੍ਰਤ ਦਿਨ ਖਾਲਸੇ ਦੀ ਕਲਾ ਵਧੇਗੀ। ਇਹ ਜਿਹੜੇ ਸਗਨ ਸੋਨ ਆਦਿਕ ਨੇ ਨਾ ਇਹ ਸਭ ਖਾਲਸੇ ਵਾਲੀ ਨੇ, ਖਾਲਸੇ ਦਾ ਹੀ ਭਲਾ ਹੋਣਾ ਹੈ। ਚਿੱਠੀ ਲਿਖੀ ਬਣਾਏ ਜਿਮ ਜਿਮ ਆਕੇ ਮੁਨਸਬਾ। ਸਾਧ ਸੰਗਤ ਜੀ ਇਸ ਪ੍ਰਕਾਰ ਜਿਹੜੇ ਵਿਚੋਲੇ ਸਨ ਭਾਈ ਮਨੀ ਸਿੰਘ ਜੀ, ਜਿਵੇਂ ਉਹਨਾਂ ਨੇ ਬਚਨ ਕੀਤਾ ਉਹਨਾਂ ਦੇ ਬਚਨਾਂ ਦੇ ਮੁਤਾਬਕ ਦੋ ਚਿੱਠੀਆਂ ਜਿਹੜੀਆਂ ਸਨ ਉਹ ਬਣਾਈਆਂ ਗਈਆਂ ਤੇ ਉਹਨਾਂ ਤੇ ਫਤਿਹ ਦਰਸ਼ਨ ਤੇ ਗੁਰੂ ਫਤਿਹ ਲਿਖਿਆ ਗਿਆ ਹੈ। ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਗਏ, ਦੋਨੇ ਚਿੱਠੀਆਂ ਮਹਾਰਾਜ ਦੇ ਦਰਬਾਰ ਦੇ ਵਿੱਚ ਰੱਖੀਆਂ ਤੇ ਸਾਰੀਆਂ ਸੰਗਤਾਂ ਹੱਥ ਜੋੜ ਕੇ ਤੇ ਪ੍ਰੇਮ ਸਹਿਤ ਉੱਥੇ ਖਲੋ ਗਈਆਂ ਹਨ। ਮੇਵੜੇ ਸਿੱਖ ਨੇ ਅਰਦਾਸ ਕੀਤੀ, ਹੇ ਸਤਿਗੁਰੂ ਆਪ ਜੀ ਜਾਣੀ ਜਾਣ ਹੋ, ਅੰਤਰਜਾਮੀ ਹੋ। ਤਿੰਨਾਂ ਕਾਲਾਂ ਵਿੱਚ ਜੋ ਵਰਤਦਾ ਆਪ ਜੀ ਉਹਦੇ ਗਿਆਤਾ ਹੋ। ਜੋ ਪਿੱਛੇ ਬੀਤ ਚੁੱਕਿਆ ਉਹ ਜਾਣਦੇ ਹੋ, ਜੋ ਵਰਤ ਰਿਹਾ ਉਹ ਵੀ ਜਾਣਦੇ ਹੋ, ਜੋ ਵਰਤਣਾ ਹੈ ਭਵਿੱਖ ਕਾਲ ਵਿੱਚ ਉਹ ਵੀ ਜਾਣਦੇ ਹੋ। ਸਭ ਕੁਝ ਆਪ ਜੀ ਦੇ ਹੱਥ ਹੈ ਤਿੰਨਾਂ ਕਾਲਾਂ ਵਿੱਚ। ਹੇ ਸਤਿਗੁਰੂ ਜੀ ਜੇਕਰ ਤੁਸੀਂ ਆਪਣਾ ਇੱਕ ਪੰਥ ਵਧਾਉਣਾ ਚਾਹੁੰਦੇ ਹੋ, ਜਿਸ ਪੰਥ ਨੂੰ ਵੀ ਆਪ ਜੀ ਹੁਣ ਤੋਂ ਲੈ ਕੇ ਜਿੰਨੀ ਦੇਰ ਤੱਕ ਇਹ ਧਰਤੀ ਸਲਾਮਤ ਹੈ ਓਨੀ ਦੇਰ ਤੱਕ ਉਸ ਪੰਥ ਨੂੰ ਚੜ੍ਹਦੀ ਕਲਾ ਵਿੱਚ ਇਸ ਸੰਸਾਰ ਵਿੱਚ ਰੱਖਣਾ ਚਾਹੁੰਦੇ ਹੋ, ਸਤਿਗੁਰੂ ਉਸ ਧਿਰ ਦੀ ਜਿਹੜੀ ਚਿੱਠੀ ਹੈ ਨਾ ਉਹ ਜਲ ਦੇ ਵਿੱਚ ਤਰ ਆਵੇ। ਇਹ ਕਿਰਪਾ ਕਰ ਦਿਓ ਵੀ ਜਿਹਨੂੰ ਰੱਖਣਾ ਚਾਹੁੰਦੇ ਹੋ ਰਹਿੰਦੀ ਦੁਨੀਆ ਤੱਕ ਉਹਦੀ ਚਿੱਠੀ ਜਲ ਦੇ ਉੱਪਰ ਤਰ ਆਵੇ। ਤੇ ਜਿਹਦਾ ਪੰਥ ਘਟ ਜਾਣਾ, ਜਿਨ੍ਹਾਂ ਦਾ ਪ੍ਰਚਾਰ ਤੁਸੀਂ ਨਹੀਂ ਚਾਹੁੰਦੇ, ਜਿਹੜਾ ਸੰਸਾਰ ਵਿੱਚ ਪੰਥ ਨਹੀਂ ਵਧਣਾ, ਮਹਾਰਾਜ ਉਹਦੀ ਚਿੱਠੀ ਡੁੱਬ ਜਾਏ। ਇਹ ਗੁਰੂ ਕੇ ਖਾਲਸੇ ਦੀ ਅਰਦਾਸ ਹੈ। ਗੁੱਜੀ ਛੰਨੀ ਨਾਹੀ ਬਾਤ,
ਮਹਾਰਾਜ ਤੁਹਾਡੇ ਕੋਲੋਂ ਕੋਈ ਗੱਲ ਗੁੱਝੀ ਛੰਨੀ ਨਹੀਂ, ਭਾਵ ਕਿ ਕੋਈ ਗੱਲ ਲੁਕੀ ਛਿਪੀ ਨਹੀਂ। ਆਪ ਜੀ ਹਰ ਗੱਲ ਨੂੰ ਜਾਣਦੇ ਹੋ। हे रचनहार करतार जी, आप जी सारी सृष्टि दे करते हो, सारा कुछ आप करन करावनहार, सब कुछ आप जी दे हाथ दे विच है। इस तरह गुरु के खालसे ने अरदास कीती। ਉਹ ਜਿਹੜੀਆਂ 2 ਚਿੱਠੀਆਂ ਸਨ ਜੀ, ਉਹਨਾਂ 2 ਚਿੱਠੀਆਂ ਦੇ ਉੱਪਰ ਕੰਨਿਆ ਨੇ ਜਿਹੜਾ ਸੂਤ ਜਿਹੜਾ ਸੀ ਕੱਤਿਆ ਹੋਇਆ ਸੀ, ਭਾਈ ਸਾਹਿਬ ਨੇ ਕਿਹਾ ਹੁੱਤ ਕੰਨਿਆ ਤੇ ਸੂਤ ਕਤਾਇਆ। ਕਿਸੇ ਕੰਨਿਆ ਨੇ, ਲੜਕੀ ਨੇ ਸੂਤ ਕੱਤਿਆ ਸੀ, ਉਹ ਸੂਤ ਲੈ ਕਰਕੇ 2 ਚਿੱਠੀਆਂ ਦੇ ਉੱਪਰ ਬੰਨ੍ਹ ਦਿੱਤਾ, ਵੀ ਚਿੱਠੀਆਂ ਬੰਨ੍ਹ ਦਿੱਤੀਆਂ ਸੂਤ ਦੇ ਨਾਲ। ਇੱਕ ਬਾਲਕ ਸੱਦ ਲਿਆ ਉਹਨਾਂ ਨੇ ਤੇ ਬਾਲਕ ਦੇ ਹੱਥ ਦੇ ਵਿੱਚ ਚਿੱਠੀਆਂ ਦੇ ਦਿੱਤੀਆਂ ਹਨ। ਹਰ ਕੀ ਪੌੜੀ ਚਲੇ ਗਏ। ਸ੍ਰੀ ਦਰਬਾਰ ਸਾਹਿਬ ਜਦੋਂ ਦਰਸ਼ਨ ਕਰੋ ਨਾ ਤੇ ਪਿਛਲੇ ਪਾਸੇ ਦਰਬਾਰ ਸਾਹਿਬ ਦੇ ਹਰ ਕੀ ਪੌੜੀ ਹੈ, ਉੱਪਰਲੇ ਪਾਸੇ ਪ੍ਰਕਾਸ਼ ਹੁੰਦਾ ਹੈ ਮਹਾਰਾਜ ਦਾ ਤੇ ਹੇਠਲੇ ਪਾਸੇ ਹਰ ਕੀ ਪੌੜੀ ਸੁਸ਼ੋਭਿਤ ਹੈ, ਜਿੱਥੋਂ ਸੰਗਤਾਂ ਜਲ ਪ੍ਰਾਪਤ ਕਰਦੀਆਂ ਨੇ। ਉਹ ਹਰ ਕੀ ਪੌੜੀ ਦਾ ਇਤਿਹਾਸ ਕੀ ਹੈ? ਜੈਸੇ ਕੁਝ ਵਿਦਵਾਨ ਸੱਜਣ ਕਹਿੰਦੇ ਨੇ, ਇੱਕ ਤੁਸੀਂ ਹਰਿਦੁਆਰ ਜਾਓ ਨਾ, ਜਦੋਂ ਗੰਗਾ ਦੇ ਵਿੱਚ ਉੱਥੇ ਹਰ ਕੀ ਪੌੜੀ ਹੈ, ਜਿੱਥੇ ਲੋਕ ਇਸ਼ਨਾਨ ਕਰਨ ਦਾ ਫਲ ਮੰਨਦੇ ਨੇ ਵੀ ਬਹੁਤ ਫਲ ਮਿਲਦਾ ਹੈ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦਇਆ ਕਰਕੇ ਸਿੱਖਾਂ ਉੱਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਹਰ ਕੀ ਪੌੜੀ ਉੱਥੇ ਬਣਾ ਦਿੱਤੀ ਵੀ ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ, ਇਹ ਹਰ ਕੀ ਪੌੜੀ ਇੱਥੇ ਆਓ, ਜਲ ਛਕੋ, ਤੁਹਾਡੀ ਕਲਿਆਣ ਹੋਵੇਗੀ। ਇੱਥੇ ਇਸ਼ਨਾਨ ਕਰੋ, ਸਰੋਵਰ ਵਿੱਚ ਆ ਕੇ ਤੁਹਾਡੇ ਪਾਪ ਉਤਰਨਗੇ, ਤੁਹਾਡੇ ਦੁੱਖ ਨਿਵਰਤ ਹੋਣਗੇ, ਬਾਣੀ ਪੜੋ, ਸੇਵਾ ਕਰੋ, ਤੁਹਾਡਾ ਭਲਾ ਹੋਵੇਗਾ। ਤੇ ਹਰ ਕੀ ਪੌੜੀ ਦਾ ਪਿਛੋਕੜ ਇਹ ਹੈ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਵੀ ਇੱਥੇ ਗਏ ਸਨ। ਇਸ ਸਥਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਬਿਰਾਜਮਾਨ ਹੋਏ, ਇਹ ਇਤਿਹਾਸਕਾਰਾਂ ਦੀ ਖੋਜ ਵੀ ਸਭ ਤੋਂ ਪਹਿਲਾਂ ਉਸ ਧਰਤੀ ਤੇ ਕੌਣ ਗਿਆ ਜਿੱਥੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੁਸ਼ੋਭਿਤ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗਏ। ਇੱਥੇ ਭਾਈ ਮਰਦਾਨੇ ਨੇ ਰਬਾਬ ਵਜਾਈ ਤੇ ਗੁਰਬਾਣੀ ਦਾ ਕੀਰਤਨ ਹੋਇਆ ਤੇ ਸਤਿਗੁਰੂ ਅੰਮ੍ਰਿਤ ਰੂਪ ਹੋ ਗਏ। ਗੁਰੇ ਅੰਮ੍ਰਿਤ ਭਿੰਨੀ ਦਿਹੁਰੀ ਹਰਿ ਅੰਮ੍ਰਿਤ ਬੁਰ ਕੇ ਰਾਮ ਰਾਜੇ। ਗੁਰੂ ਅੰਮ੍ਰਿਤ ਹੈ ਨਾ, ਸਾਡਾ ਸਰੀਰ ਅਸਥੂਲ ਸਰੀਰ ਹੈ। ਨਾਮ ਜਪਣ ਵਾਲੇ ਜਿਹੜੇ ਹੁੰਦੇ ਨੇ ਸਦਾ ਰਹਿ ਕੰਚਨ ਸੀ ਕਾਇਆ, ਉਹਨਾਂ ਦੀ ਕਾਇਆ ਵੀ ਕੰਚਨ ਸੋਨੇ ਵਰਗੀ ਹੋ ਜਾਂਦੀ ਹੈ, ਉਹਨਾਂ ਦੀ ਕਾਇਆ ਅੰਮ੍ਰਿਤ ਵਰਗੀ ਹੋ ਜਾਂਦੀ ਹੈ ਬੰਦਗੀ ਕਰਨ ਵਾਲਿਆਂ ਦੀ। ਤੇ ਗੁਰੂ ਸਾਹਿਬ ਜੀ ਅੰਮ੍ਰਿਤ ਰੂਪ ਹੋ ਗਏ, ਅੰਮ੍ਰਿਤ ਬਣ ਗਿਆ। ਤੇ ਜਦੋਂ ਕੀਰਤਨ ਦਾ ਭੋਗ ਪਿਆ ਤੇ ਉਹ ਅੰਮ੍ਰਿਤ ਜਿਹੜਾ ਪ੍ਰਗਟ ਹੋਇਆ ਸੀ, ਮਹਾਰਾਜ ਨੇ ਅੰਮ੍ਰਿਤ ਅਲੋਪ ਕੀਤਾ। ਤੇ ਭਾਈ ਮਰਦਾਨਾ ਸਾਹਿਬ ਜੀ ਕਹਿੰਦੇ ਮਹਾਰਾਜ ਅੰਮ੍ਰਿਤ ਆਪ ਜੀ ਨੇ ਅਲੋਪ ਕਰ ਦਿੱਤਾ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਸਮਾਂ ਆਵੇਗਾ ਤੇ ਪ੍ਰਗਟ ਕਰਾਂਗੇ। ਗੁਰੂ ਰਾਮਦਾਸ ਮਹਾਰਾਜ ਨੇ ਸਰੋਵਰ ਦੀ ਤਾਲ ਦੀ ਖੁਦਾਈ ਕਰਾਈ ਤੇ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੁਸ਼ੋਭਿਤ ਕੀਤਾ ਤੇ ਉਹ ਅੰਮ੍ਰਿਤ ਜਲ ਅੱਜ ਵੀ ਸੁਸ਼ੋਭਿਤ ਹੈ। ਕਹਿਣ ਵਾਲੇ ਮੂਰਖ ਆਖੀ ਜਾਂਦੇ ਨੇ ਵੀ ਉੱਥੇ ਪਾਣੀ ਵਿੱਚ ਨਹਾਉਣ ਦਾ ਕੀ ਫਾਇਦਾ ਹੈ, ਉੱਥੇ ਕੀ ਹੋਣਾ ਜਾ ਕੇ, ਤੁਹਾਡਾ ਦਰਬਾਰ ਸਾਹਿਬ ਨੂੰ ਬਿਲਡਿੰਗ ਕਹੀ ਜਾਣਾ। ਇਹੋ ਜਿਹੇ ਮੂਰਖ ਵੀ ਪੈਦਾ ਹੋ ਗਏ ਸਾਡੇ ਵਿੱਚ। ਉਹਨਾਂ ਭਲਿਆ ਮਾਨਸਾਂ ਨੂੰ ਇਹ ਨਹੀਂ ਪਤਾ ਕਿ ਉਸ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਦੀ ਰਾਖੀ ਲਈ ਖਾਲਸੇ ਨੇ ਕਿੰਨੀਆਂ ਤੇਗਾਂ ਮਾਰੀਆਂ। ਉਹ ਸਾਰੀ ਕਥਾ ਅੱਗੇ ਆਉਣੀ ਹੈ। ਮਹਾਂਪੁਰਸ਼ ਕਹਿੰਦੇ ਵੀ ਇੱਕ ਇੱਕ ਪਰਕਰਮਾਂ ਦੀ ਇੱਟ ਦੇ ਹੇਠਾਂ ਪਤਾ ਨਹੀਂ ਕਿੰਨੇ ਕਿੰਨੇ ਸਿੰਘਾਂ ਦੇ ਸੀਸ ਲੱਗੇ ਹੋਏ ਨੇ ਉਸ ਪਾਵਨ ਪਵਿੱਤਰ ਸਰੋਵਰ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਲਈ। ਪੁਰਾਣੇ ਸਮਿਆਂ ਵਿੱਚ ਅਬਦਾਲੀ ਵਰਗਿਆਂ ਨੇ ਢਾਇਆ ਦਰਬਾਰ ਸਾਹਿਬ, 84 ਵਿੱਚ ਵੀ ਢਾਇਆ ਗਿਆ। ਅੰਮ੍ਰਿਤ ਸਰੋਵਰ ਪੂਰਿਆ ਗਿਆ ਕਈ ਵਾਰੀ। ਕਾਰਨ ਕਹਿੰਦੇ ਵੀ ਸਿੱਖਾਂ ਦਾ ਆਬੇ ਹਯਾਤ ਹੈ, ਇਹਦੇ ਵਿੱਚ ਇਸ਼ਨਾਨ ਕਰਕੇ ਨਾ ਅਮਰ ਹੋ ਜਾਂਦੇ ਨੇ ਗੁਰੂ ਕੇ ਖਾਲਸੇ। ਤੁਰਕ ਵੀ ਇਸ ਗੱਲ ਨੂੰ ਜਾਣਦੇ ਸਨ, ਉਹ ਤਾਂ ਸ੍ਰੀ ਹਰਿਮੰਦਰ ਸਾਹਿਬ ਅਟੈਕ ਕਰਦੇ ਸਨ ਸਭ ਤੋਂ ਪਹਿਲਾਂ ਆ ਕੇ ਵੀ ਇਹਨਾਂ ਦਾ ਕੇਂਦਰੀ ਅਸਥਾਨ ਢਾਹ ਦਈਏ। ਉਹ ਸਾਡਾ ਕੇਂਦਰੀ ਅਸਥਾਨ ਹੈ, ਸਿੱਖੀ ਦਾ ਮੁੱਢ ਹੈ ਸ੍ਰੀ ਦਰਬਾਰ ਸਾਹਿਬ। ਵੀ ਇਹ ਖਤਮ ਹੋ ਗਿਆ ਤੇ ਸਿੱਖ ਆਪੇ ਮੁੱਕ ਜਾਣਗੇ। ਸਿੰਘ ਆਪਣੇ ਸੀਸ ਤਾਂ ਲਾ ਗਏ, ਪਰ ਸ੍ਰੀ ਹਰਿਮੰਦਰ ਸਾਹਿਬ ਅੱਜ ਇਨ ਬਿਨ ਉਸੇ ਪ੍ਰਕਾਰ ਸੁਸ਼ੋਭਿਤ ਹੈ। ਤੇ ਅੱਜ ਸਰਕਾਰਾਂ ਚਾਲ ਕੀ ਚੱਲ ਰਹੀਆਂ, ਇਹੋ ਜਿਹੇ ਅਖੌਤੀ ਉਹਨਾਂ ਨੇ ਸਾਡੇ 'ਚ ਪ੍ਰਚਾਰਕ ਪੈਦਾ ਕਰ ਦਿੱਤੇ ਜਿਹੜੇ ਹਰਿਮੰਦਰ ਸਾਹਿਬ ਦੀ ਨਿੰਦਿਆ ਕਰੀ ਜਾਂਦੇ ਨੇ। ਕਿਉਂ? ਵੀ ਸਿੱਖਾਂ ਦੇ ਮਨ ਵਿੱਚ ਹਰਿਮੰਦਰ ਸਾਹਿਬ ਦੇ ਪ੍ਰਤੀ ਨਫ਼ਰਤ ਪੈਦਾ ਕਰ ਦਿਓ।
ਅਕਾਲ ਤਖਤ ਸਾਹਿਬ ਦੇ ਪ੍ਰਤੀ ਨਫ਼ਰਤ ਪੈਦਾ ਕਰਦੇ ਹੋ। ਜਦੋਂ ਇਹ ਆਪਣੇ ਕੇਂਦਰੀ ਸਥਾਨ ਦੇ ਨਾਲ ਨਫ਼ਰਤ ਕਰਨ ਲੱਗ ਜਾਣਗੇ ਆਪੇ ਹੀ ਮਰ ਜਾਣਗੇ। ਪਰ ਉਹਨਾਂ ਦਾ ਮਨਸੂਬਾ ਕਦੇ ਪੂਰਾ ਨਹੀਂ ਹੋਣਾ। ਜੇ 2-4 ਜਾਣਿਆਂ ਦਾ ਮਾਈਂਡ ਵਾਸ਼ ਕਰ ਦੇਣਗੇ, ਪਰ ਬਾਕੀ ਸੰਗਤਾਂ ਨੂੰ ਪਤਾ ਹੈ ਜਿਹੜੇ ਜਾ ਕੇ ਉੱਥੇ ਇਸ਼ਨਾਨ ਕਰਕੇ ਲਾਹਾ ਪ੍ਰਾਪਤ ਕਰਦੇ ਨੇ ਤੇ ਗੁਰੂ ਕੀਆਂ ਖੁਸ਼ੀਆਂ ਲੈਂਦੇ ਗੁਰੂ ਰਾਮਦਾਸ ਮਹਾਰਾਜ ਦੀਆਂ। ਸੋ ਹਰ ਕੀ ਪੌੜੀ ਜਿਹੜੀ ਹੈ ਸ੍ਰੀ ਦਰਬਾਰ ਸਾਹਿਬ ਜਿਹੜਾ ਮੁੱਖ ਦਰਵਾਨ ਹੈ, ਮੁੱਖ ਦਰਵਾਜ਼ਾ ਹੈ। 4 ਦਰਵਾਜ਼ੇ ਸ੍ਰੀ ਹਰਿਮੰਦਰ ਸਾਹਿਬ ਦੇ। ਇੱਕ ਮੁੱਖ ਦਰਵਾਜ਼ਾ ਜਦੋਂ ਆਪਾਂ ਅੰਦਰ ਪ੍ਰਵੇਸ਼ ਹੁੰਦੇ ਹਾਂ, 2 ਦਰਵਾਜ਼ੇ ਸੱਜੇ ਖੱਬੇ, ਇੱਕ ਦਰਵਾਜ਼ਾ ਪਿਛਲੇ ਪਾਸੇ। ਜਿਹੜਾ ਪਿਛਲੇ ਪਾਸੇ ਦਰਵਾਜ਼ਾ ਹੈ ਉੱਥੇ ਹਰ ਕੀ ਪੌੜੀ ਹੈ। ਉੱਪਰਲੇ ਪਾਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਹੇਠਾਂ ਹਰ ਕੀ ਪੌੜੀ ਜਿੱਥੇ ਸੰਗਤਾਂ ਜਲ ਛਕ ਕੇ ਅੱਗੇ ਲੰਘਦੀਆਂ ਨੇ ਪਰਿਕਰਮਾ ਕਰਕੇ ਹਰਿਮੰਦਰ ਸਾਹਿਬ ਦੀ। ਤੇ ਉਸ ਹਰ ਕੀ ਪੌੜੀ ਤੇ ਜਾ ਕਰਕੇ ਕਹਿੰਦੇ ਮੱਧ ਦਰਬਾਰ ਹਰ ਪੌੜੀ ਥਾਏ। ਸ੍ਰੀ ਦਰਬਾਰ ਸਾਹਿਬ ਉੱਥੇ ਪਿਛਲੇ ਪਾਸੇ ਜਿਹੜੀ ਹਰ ਕੀ ਪੌੜੀ ਹੈ, ਇੱਕ ਬਾਰ ਦੋ ਹੇਠਾਂ ਹੈ ਗਏ। ਹਰ ਕੀ ਪੌੜੀ ਦੇ ਵਿੱਚ ਜਾ ਕੇ ਨਾ ਉੱਥੇ ਜਲ ਦੇ ਵਿੱਚ ਚਿੱਠੀਆਂ ਪਾ ਦਿੱਤੀਆਂ ਗਈਆਂ ਤੇ ਇੱਕ ਵਾਰ 2 ਹੇਠਾਂ ਹੈ ਗਈ। ਇੱਕ ਵਾਰ ਦੋਨੇ ਜਿਹੜੀਆਂ ਚਿੱਠੀਆਂ ਸਨ ਉਹ ਦੋਨੇ ਡੁੱਬ ਗਈਆਂ ਜਲ ਦੇ ਵਿੱਚ। ਦੋ ਤਰਫ ਕੋ ਚਿੰਤਾ ਪਈ। ਜਦੋਂ ਦੋਨੇ ਚਿੱਠੀਆਂ ਡੁੱਬ ਗਈਆਂ ਤੇ ਹੁਣ ਦੋਵੇਂ ਦਿਸ਼ਾਵਾਂ ਤੋਂ ਚਿੰਤਾ ਪੈ ਗਈ। ਸਿੰਘ ਵੀ ਚਿੰਤਤ ਹੋ ਗਏ ਤੇ ਬੰਦਈ ਵੀ ਚਿੰਤਤ ਹੋ ਗਏ ਹਨ। ਸੋਚਣ ਲੱਗੇ ਵੀ ਮਤਾ ਕਿਤੇ ਨਾ ਹੋਵੇ ਵੀ ਦੋਨੇ ਹੀ ਡੁੱਬ ਜਾਣ। ਤੇ ਜੇ ਦੋਨੇ ਚਿੱਠੀਆਂ ਡੁੱਬ ਗਈਆਂ ਤੇ ਇਹਦਾ ਮਤਲਬ ਵੀ ਸਿੰਘ ਕਿਤੇ ਢੂੰਡਣ ਨੂੰ ਨਹੀਂ ਲੱਭਣਗੇ, ਕਿਉਂਕਿ ਅਰਦਾਸ ਇਹੀ ਹੋਈ ਸੀ ਨਾ ਵੀ ਜਿਨ੍ਹਾਂ ਦੀ ਚਿੱਠੀ ਡੁੱਬ ਜਾਏ, ਮਹਾਰਾਜ ਜਿਨ੍ਹਾਂ ਨੂੰ ਤੁਸੀਂ ਨਹੀਂ ਰੱਖਣਾ ਚਾਹੁੰਦੇ ਉਹਨਾਂ ਦੀ ਚਿੱਠੀ ਡੋਬ ਦਿਓ। ਵੀ ਜਿਨ੍ਹਾਂ ਨੇ ਸੰਸਾਰ ਵਿੱਚ ਚੱਲਣਾ ਨਹੀਂ, ਜਿਨ੍ਹਾਂ ਦਾ ਪੰਥ ਘਟ ਜਾਣਾ। ਹੁਣ ਸਿੰਘਾਂ ਨੂੰ ਕਿੰਨਾ ਵਿਸ਼ਵਾਸ ਸੀ ਅਰਦਾਸ ਤੇ, ਹੁਣ ਸੋਚੀ ਪੈ ਗਏ ਵੀ ਕਿਤੇ ਇਹ ਨਾ ਹੋਵੇ ਵੀ ਦੋਨੇ ਪੰਥੀ ਜਿਹੜੇ ਖਤਮ ਹੋ ਜਾਣ। ਭਾਈ ਰਤਨ ਸਿੰਘ ਜੀ ਕਹਿੰਦੇ ਜਿਹੜੇ ਸਿਆਣੇ ਪੁਰਸ਼ ਗੁਰੂ ਕੇ ਸਿੱਖ ਉੱਥੇ ਖਲੋਤੇ ਸਨ, ਇਸ ਪ੍ਰਕਾਰ ਉਹ ਕਹਿਣ ਲੱਗੇ ਹਨ। ਕਹਿਣ ਲੱਗੇ ਜੇ ਦੋਨੇ ਚਿੱਠੀਆਂ ਤਰ ਗਈਆਂ ਤੇ ਦੋਨੇ ਪੰਥ ਸੰਸਾਰ ਵਿੱਚ ਅਮਰ ਰਹਿਣਗੇ। ਸਾਰੇ ਗੁਰੂ ਕੇ ਸਿੰਘ ਉੱਥੇ ਖਲੋ ਗਏ, ਦੋਨੇ ਹੱਥ ਜੋੜ ਕੇ ਉੱਚੀ ਆਵਾਜ਼ ਦੇ ਵਿੱਚ ਗੁਰੂ ਕੇ ਸਿੰਘਾਂ ਨੇ ਅਰਦਾਸ ਕੀਤੀ ਹੈ। ਹੇ ਸਤਿਗੁਰੂ, ਫੈਸਲਾ ਕਰਨਾ ਆਪ ਜੀ ਦੇ ਹੱਥ ਹੈ। ਜਿਹਨੂੰ ਸੰਸਾਰ ਵਿੱਚ ਆਪ ਜੀ ਨੇ ਪ੍ਰਗਟ ਕਰਨਾ ਹੈ, ਕਿਰਪਾ ਕਰਕੇ ਉਹਨਾਂ ਦੀ ਚਿੱਠੀ ਤਾਰ ਦਿਓ। ਭਾਈ ਰਤਨ ਸਿੰਘ ਜੀ ਕਹਿੰਦੇ ਡੁਬਕੀ ਲੈ ਕੇ ਨਾ ਇੱਕ ਚਿੱਠੀ ਤਾਰ ਆਈ ਪਾਣੀ ਦੇ ਉੱਪਰਲੇ ਪਾਸੇ। ਇੱਕ ਡੁੱਬੀ ਰਹਿ ਗਈ ਤੇ ਇੱਕ ਡੁਬਕੀ ਲੈ ਕੇ ਉੱਪਰ ਆ ਗਈ ਹੈ। ਜਦੋਂ ਇੱਕ ਚਿੱਠੀ ਤਾਰ ਆਈ ਨਾ ਤੇ ਸਿੰਘਾਂ ਦੇ ਵਿੱਚ ਜਾਨ ਪੈ ਗਈ, ਜਿੰਦ ਆ ਗਈ ਸਿੰਘਾਂ ਵਿੱਚ। ਕਹਿੰਦੇ ਨੇ ਵੀ ਗੁਰੂ ਨੇ ਲਾਜ ਰੱਖ ਲਈ। ਤੇ ਮੈਂ ਕਈ ਵਾਰ ਸੋਚਦਾ ਵੀ ਕਿੰਨਾ ਕੁ ਮਾਣ ਤੇ ਕਿੰਨਾ ਕੁ ਭਰੋਸਾ ਹੋਵੇਗਾ ਸਿੰਘਾਂ ਨੂੰ ਕੀਤੀ ਹੋਈ ਅਰਦਾਸ ਤੇ, ਵੀ ਗੁਰੂ ਸਾਹਿਬ ਸਾਡੀ ਚਿੱਠੀ ਜ਼ਰੂਰ ਤਾਰ ਦੇਣਗੇ। ਤੇ ਜਦੋਂ ਚਿੱਠੀ ਤਾਰ ਆਈ ਤੇ ਖਾਲਸੇ ਵਿੱਚ ਜਿੰਦ ਜਾਨ ਪੈ ਗਈ ਹੈ। ਹੁਣ ਜਦੋਂ ਇੱਕ ਚਿੱਠੀ ਤਰ ਕੇ ਬਾਹਰ ਆ ਗਈ ਤੇ ਦੋਹੇ ਦਿਸ਼ਾਵਾਂ ਤੋਂ ਕਹਿੰਦੇ ਸਾਰੇ ਦੌੜ ਪਏ ਚਿੱਠੀ ਫੜਨ ਵਾਸਤੇ ਵੀ ਕਿਹਦੀ ਚਿੱਠੀ ਤਰ ਕੇ ਬਾਹਰ ਆਈ ਹੈ। ਸ਼ਸਤਰ ਵੀ ਕੱਢ ਲਏ ਉਹਨਾਂ ਨੇ ਵੀ ਕਿਤੇ ਕੋਈ ਗਲਤੀ ਨਾਲ ਚਿੱਠੀ ਚੁੱਕ ਕੇ ਤੇ ਆਪਣਾ ਨਾਂ ਨਾ ਲੈ ਲਏ ਤੇ ਜਾਂ ਚਿੱਠੀ ਪਾੜ ਨਾ ਦਏ। ਸ਼ਸਤਰ ਲੈ ਕੇ ਦੌੜ ਪਏ ਹਨ। ਹੁਣ ਉੱਥੇ ਕੁਝ ਤੁਰਕਾਂ ਦੇ ਵੀ ਦਰੋਗੇ ਸਨ ਜਿਹੜੇ ਕਹਿੰਦੇ ਵੀ ਦੋਨੇ ਚਿੱਠੀਆਂ ਡੁੱਬ ਜਾਣ। ਤੇ ਜਿਹੜੇ ਵਿਚੋਲੇ ਸਨ ਭਾਈ ਮਨੀ ਸਿੰਘ ਜੀ, ਦਰੋਗੇ ਕਹਿਣ ਲੱਗੇ ਵੀ ਉਹ ਚਿੱਠੀ ਵੇਖਣਗੇ, ਤੁਸੀਂ ਪਿੱਛੇ ਹਟ ਜਾਓ, ਵਿਚੋਲਿਆਂ ਨੂੰ ਮੂਹਰੇ ਕਰੋ, ਚਿੱਠੀ ਦੇਖਣਗੇ। ਤੇ ਜਿਹੜੇ ਦਰੋਗੇ ਸਨ ਇਸ ਪ੍ਰਕਾਰ ਉਹਨਾਂ ਨੇ ਤੁਰੰਤ ਜਿਹੜੀ ਚਿੱਠੀ ਸੀ ਉਹ ਪਕੜ ਕੇ ਮੰਗਵਾ ਲਈ ਹੈ। ਤੇ ਚਿੱਠੀ ਪੜ੍ਹ ਕੇ ਆਖਿਆ ਕਿ ਖਾਲਸੇ ਦੀ ਚਿੱਠੀ ਤਰ ਆਈ ਹੈ। ਤੇ ਉਹਨਾਂ ਨੇ ਚਿੱਠੀ ਲੈ ਕੇ ਗੁਰੂ ਕੇ ਖਾਲਸੇ ਦੇ ਬਾਬਾ ਵਿਨੋਦ ਸਿੰਘ ਦੇ ਹੱਥ ਵਿੱਚ ਫੜਾ ਦਿੱਤੀ ਹੈ। ਸਤਿਗੁਰੂ ਕਲਗੀਧਰ ਜੀ ਦੀ ਕਿਰਪਾ ਦੇ ਨਾਲ ਫਤਿਹ ਗੁਰੂ ਵਾਲੀ ਚਿੱਠੀ ਤਰ ਕੇ ਉੱਪਰ ਆ ਗਈ ਹੈ। ਦੋਵੇਂ ਦਿਸ਼ਾਵਾਂ ਦੇ ਵਿੱਚ ਭਾਈ ਮਨੀ ਸਿੰਘ ਜੀ ਨੇ ਗੱਲ ਆਖ ਸੁਣਾਈ, ਭਾਈ ਅੱਜ ਤੋਂ ਬਾਅਦ ਜਿਹੜੇ ਗੁਰਧਾਮ ਉਹਨਾਂ ਦਾ ਚੜਾਵਾ ਗੁਰੂ ਕਾ ਖਾਲਸਾ ਤਤ ਖਾਲਸਾ ਰੱਖੇਗਾ।
ਇਹ ਬਚਨ ਸੁਣ ਕੇ ਗੁਰੂ ਕੇ ਖਾਲਸੇ ਵਿੱਚ ਖੁਸ਼ੀਆਂ ਪੈਦਾ ਹੋ ਗਈਆਂ ਹਨ। ਬੰਦਈਨ ਮਾਂ ਮਰ ਗਈ। ਕਹਿੰਦੇ ਇਸ ਤਰ੍ਹਾਂ ਮੰਨ ਲਓ ਵੀ ਬੰਦਾਈਆਂ ਦੀ ਮਾਂ ਮਰ ਗਈ ਹੋਵੇ, ਉਹਨਾਂ ਦਾ ਇਹੋ ਜਿਹਾ ਹਾਲ ਹੋ ਗਿਆ। ਚਿੱਠੀ ਉਹਨ ਬੰਦਿਓ ਹੰਦੇਸਾ। ਸਾਧ ਸੰਗਤ ਜਿਹੜੀ ਚਿੱਠੀ ਸੀ ਉਹ ਸੁਣ ਕਰਕੇ ਉਹਨਾਂ ਦੇ ਹਿਰਦੇ ਵਿੱਚ ਹੌਲ ਪੈਣ ਲੱਗ ਪਏ ਹਨ। ਇਸ ਤਰ੍ਹਾਂ ਮੰਨ ਲਓ ਕਿ ਜਿਵੇਂ ਕਿਸੇ ਰਾਜੇ ਦਾ ਦੇਸ਼ ਛੁੱਟ ਗਿਆ ਹੋਵੇ ਨਾ, ਰਾਜ ਭਾਗ ਹਾਰ ਗਿਆ ਹੋਵੇ, ਰਿਆਸਤ ਚਲੀ ਗਈ ਹੋਵੇ, ਇਹੋ ਜਿਹੇ ਹਾਲਾਤ ਬੰਦਾਈਆਂ ਦੇ ਹੋ ਗਏ, ਹੌਲ ਪੈਣ ਲੱਗ ਪਏ ਹਨ। ਜਿਵੇਂ ਸੱਪ ਹੁੰਦਾ, ਉਹਦੇ ਸਿਰ ਤੇ ਨਾ ਮਣੀ ਹੁੰਦੀ ਹੈ, ਸੱਪ ਤੇ ਇੱਛਾਧਾਰੀ ਜਿਹੜਾ ਨਾਗ ਹੁੰਦਾ ਹੈ, ਤੇ ਉਹ ਜਿਹੜੀ ਮਣੀ ਜਦੋਂ ਕਹਿੰਦੇ ਉਹਦੇ ਕੋਲੋਂ ਕੋਈ ਖੋਲ ਲਵੇ ਤੇ ਤੜਫਦਾ, ਸਿਰ ਮਾਰ ਮਾਰ ਕੇ ਪਟਾਰ ਕੇ ਉਹ ਮਰ ਜਾਂਦਾ ਹੈ। ਜਿਵੇਂ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਿਓ ਤੇ ਜਿਹਨੂੰ ਜਲ ਪ੍ਰਾਪਤ ਨਾ ਹੋਵੇ ਤੇ ਤੜਫ ਕੇ ਮਰ ਜਾਂਦੀ ਹੈ। ਬੰਦਾਈ ਵੀ ਇਹੋ ਜੀ ਸੋਚ ਵਿੱਚ ਡੁੱਬ ਗਏ, ਮੱਛੀ ਵਾਂਗੂ ਤੜਫਦੇ, ਸੱਪ ਵਾਂਗੂ ਤੜਫਦੇ ਨੇ, ਪਛਤਾਵਾ ਕਰਦੇ ਹਨ। ਵੱਡੇ ਵੱਡੇ ਸਾਹ ਲੈਂਦੇ ਨੇ ਤੇ ਹੌਕੇ ਭਰਦੇ ਨੇ ਵੀ ਆਹ ਕੀ ਭਾਣਾ ਵਾਪਰ ਗਿਆ ਹੈ। ਬਣਾਈਆਂ ਦੇ ਇਹੋ ਜਿਹੇ ਹਾਲਾਤ ਬਣ ਗਏ ਕਿ ਜਿਹੜੀ ਧਰਤੀ ਹੈ ਉਹਨਾਂ ਨੂੰ ਗਰਕ ਹੋਣ ਵਾਸਤੇ ਥਾਂ ਨਹੀਂ ਦੇ ਰਹੀ, ਤੇ ਆਕਾਸ਼ ਉਹਨਾਂ ਨੂੰ ਉੱਡਣ ਵਾਸਤੇ ਜਗ੍ਹਾ ਨਹੀਂ ਦੇ ਰਿਹਾ। ਆਕਾਸ਼ ਵਿੱਚ ਉੱਡ ਨਹੀਂ ਸਕਦੇ ਤੇ ਧਰਤੀ ਵਿੱਚ ਗਰਕ ਨਹੀਂ ਹੋ ਸਕਦੇ। ਹੱਥ ਮਰੋੜਦੇ ਨੇ, ਸਿਰ ਧੁੰਨਦੇ ਨੇ, ਲੁਕਣ ਵਾਸਤੇ ਜਗ੍ਹਾ ਨਹੀਂ ਲੱਭਦੀ। ਇਸ ਤਰ੍ਹਾਂ ਖਾਲਸੇ ਨੇ ਜੈ ਜੈਕਾਰ ਕਰ ਦਿੱਤੀ, ਖਾਲਸੇ ਦੀ ਜਿੱਤ ਗੁਰੂ ਸਾਹਿਬ ਨੇ ਕੀਤੀ ਹੈ। ਉੱਚੀ ਉੱਚੀ ਆਵਾਜ਼ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਹਨ। ਸ਼ਸਤਰ ਹੱਥ ਵਿੱਚ ਫੜ ਲਏ, ਆਕਾਸ਼ ਵਿੱਚ ਖੰਡੇ ਲਹਿਰਾਉਂਦੇ ਨੇ, ਖੁਸ਼ੀਆਂ ਮਨਾਉਂਦੇ ਹਨ। ਦਰਬਾਰ ਸਾਹਿਬ ਜਾ ਕੇ ਅਰਦਾਸ ਕਰਦੇ ਨੇ ਤੇ ਬਾਣੀ ਪੜ੍ਹਦੇ ਹਨ। ਇਸ ਤਰ੍ਹਾਂ ਖਾਲਸੇ ਦੇ ਹਿਰਦੇ ਵਿੱਚ ਜਿਹੜਾ ਸਾਰ ਖਾਲਸਾ, ਤਤ ਖਾਲਸਾ ਜੀ, ਉਹਨਾਂ ਦੇ ਹਿਰਦੇ ਵਿੱਚ ਉਤਸ਼ਾਹ ਪੈਦਾ ਹੋ ਗਿਆ। ਸੱਚੇ ਦਰਬਾਰ ਕਲਗੀਧਰ ਜੀ ਦੇ ਘਰ, ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਦਰਬਾਰ ਵਿੱਚ ਖਾਲਸਾ ਜਿੱਤ ਗਿਆ ਹੈ। ਇਸ ਪ੍ਰਕਾਰ ਗੁਰੂ ਕੇ ਪੰਥ ਦੇ ਵਿੱਚ ਖੁਸ਼ੀਆਂ ਪੈਦਾ ਹੋ ਗਈਆਂ। ਜਿਸ ਤਰ੍ਹਾਂ ਦੈਂਤਾਂ ਨੂੰ ਦੇਵਤਿਆਂ ਨੇ ਮਾਰ ਦਿੱਤਾ ਤੇ ਜਿੱਤ ਦੀ ਪ੍ਰਾਪਤੀ ਕਰਕੇ ਆਪਣੀ ਇੰਦਰਪੁਰੀ ਵਾਪਸ ਲੈ ਲਈ, ਇਨ ਬਿਨ ਇਸੇ ਪ੍ਰਕਾਰ ਗੁਰੂ ਕੇ ਸਿੰਘ ਪ੍ਰਸੰਨ ਹੋ ਗਏ। ਇਸ ਪ੍ਰਕਾਰ ਜਿਹੜੇ ਗੁਰੂ ਕੇ ਖਾਲਸੇ ਦੇ ਜਿਤਨੇ ਵੀ ਸਿੰਘ ਹਨ, ਜਿਹੜੇ ਪਹਿਲਾਂ ਬੰਦਈਆਂ ਵੱਲ ਗਏ ਹੋਏ ਸਨ, ਉਹ ਵਾਪਸ ਸਿੰਘਾਂ ਦੇ ਵੱਲ ਆ ਗਏ ਤੇ ਉਹਨਾਂ ਨੇ ਡੇਰਾ ਕਰ ਲਿਆ। ਪਹਿਲਾਂ ਬੰਦਈਆਂ ਨਾਲ ਜਾ ਰਲੇ ਤੇ ਮੁੜ ਕੇ ਫਿਰ ਸਿੰਘਾਂ ਦੇ ਕੋਲ ਆ ਗਏ ਹਨ। ਕੁਝ ਬੰਦਈ ਉਥੋਂ ਭੱਜ ਗਏ ਤੇ ਕੁਝ ਸੋਨੀ ਹੋ ਗਏ ਕਿ ਕੀ ਵਰਤ ਗਿਆ ਹੈ। ਕਹਿੰਦੇ ਇਸ ਤਰ੍ਹਾਂ ਜਾਣ ਲਓ ਕਿ ਜਿਵੇਂ ਕੋਈ ਮੁਨੀ ਮੌਨ ਧਾਰਨ ਕਰਕੇ ਬਹਿ ਗਿਆ ਹੋਵੇ ਨਾ, ਬੰਦਈ ਵੀ ਇਸੇ ਤਰ੍ਹਾਂ ਸੁੰਨ-ਮਨ ਹੋ ਗਏ ਹਨ। ਜਿਹੜੇ ਉਹਨਾਂ ਦੇ ਵਿੱਚ ਕੁਝ ਇੱਕ ਹੰਕਾਰੀ ਬੰਦਈ ਸਨ, ਉਹਨਾਂ ਨੇ ਤਾਂ ਹੁਣ ਮਰਨ ਦੀ ਮਨਸਾ ਧਾਰਨ ਕਰ ਲਈ ਵੀ ਅਸੀਂ ਤਾਂ ਜੰਗ ਕਰਕੇ ਮਰਨਾ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਜਿਵੇਂ ਜਿਵੇਂ ਮੌਤ ਉਹਨਾਂ ਦੇ ਸਿਰ ਤੇ ਆ ਗਈ ਹੈ, ਤੇ ਗੁਰੂ ਕੇ ਸਿੰਘੋ ਹੁਣ ਤੁਸੀਂ ਅੱਗੇ ਉਹ ਕਥਾ ਵੀ ਸੁਣੋ ਜਿਵੇਂ ਬੰਦਈਆਂ ਦੇ ਨਾਲ ਅੱਗੇ ਵੀ ਭਾਣਾ ਵਾਪਰੇਗਾ। ਕਿਉਂਕਿ ਸਿੰਘ ਪਹਿਲਾਂ ਟਾਲਦੇ ਰਹੇ, ਬੰਦਈ ਹਟਦੇ ਨਹੀਂ ਸਨ। ਫਿਰ ਜਦੋਂ ਦੋਨੇ ਪਾਸਿਓਂ ਮਾਮਲਾ ਬਹੁਤਾ ਗਰਮ ਹੋ ਗਿਆ, ਫਿਰ ਭਾਈ ਮਨੀ ਸਿੰਘ ਜੀ ਨੇ ਫੈਸਲਾ ਕਰਾਇਆ। ਪਰ ਹੁਣ ਜਿਹੜਾ ਫੈਸਲਾ ਤਤ ਖਾਲਸੇ ਦੇ ਹੱਕ ਵਿੱਚ ਹੋ ਗਿਆ, ਬੰਦਾਈ ਉਹਦੇ ਤੋਂ ਵੀ ਬਿਟਰ ਗਏ ਵੀ ਅਸੀਂ ਨਹੀਂ ਮੰਨਦੇ। ਹੁਣ ਦੁਬਾਰਾ ਭਾਈ ਸੰਗਤ ਸਿੰਘ ਤੇ ਭਾਈ ਮੀਰੀ ਸਿੰਘ ਦਾ ਘੋਲ ਹੋਏਗਾ। ਕਿੱਥੇ? ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਹੈ। ਵੀ ਇਹ ਫਿਰ ਦੁਬਾਰਾ ਦੂਜਾ ਤਰੀਕਾ ਵਰਤਿਆ ਗਿਆ ਵੀ ਕਿਹੜਾ ਚੜ੍ਹਤ ਲਵੇਗਾ, ਵੀ ਜਿਹੜਾ ਜਿੱਤ ਗਿਆ ਤੇ ਉਹ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਤੇ ਚੜ੍ਹਤ ਆਪਣੇ ਪਾਸ ਰੱਖੇਗਾ। ਇਹ ਆਪਾਂ ਕਥਾ ਹੁਣ ਕੱਲ ਸਰਵਣ ਕਰਾਂਗੇ। ਭਾਈ ਮੀਰੀ ਸਿੰਘ ਭਾਈ ਕਾਹਨ ਸਿੰਘ ਦਾ ਪੁੱਤਰ ਸੀ, ਤਤ ਖਾਲਸੇ ਵੱਲੋਂ, ਤੇ ਸੰਗਤ ਸਿੰਘ ਬੰਦਾਈਆਂ ਵੱਲੋਂ ਸੀ। ਦੋਨਾਂ ਦਾ ਘੋਲ ਹੋਏਗਾ ਤੇ ਅੱਗੇ ਜਿਹੜੇ ਪ੍ਰਸੰਗ ਆਉਣਗੇ ਆਪਾਂ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਚੁੱਕਾਂ ਦੀ ਖਿਮਾ।
हे गोविंद हे गोपाल हे दयाल प्राणनाथ अनाथ सखे दीन दर्द हे समरथ अगम पूरण मोहे मया अंधकूप महाभयान नानक पार आए प्रभ शरणागति कृपा निध दया एक अखर हर मन बसतो नानक होत ने वाहिगुरु नाम जहाज है चढ़े सो उतरे पा जो शरदा कर सेम दे गुर पार उतारण जो शरदा कर सेम दे गुर पार उतारण हार वाहिगुरु जी का खालसा वाहिगुरु जी की फतेह।